ਸਾਹਿਬ ਜੀ ਹਰ ਹਰ ਧਿਆਏ ਮਨਾ। ਮਹਾਰਾਜ ਵਾਹਿਗੁਰੂ ਨਾਮ ਧਿਆਉਣ ਦੀ ਆਗਿਆ ਕਰ ਰਹੇ ਨੇ ਕਿ ਇਹ ਮੇਰੇ ਮਨ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਧਿਆਉਣਾ ਕਰ। ਸਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਨਾਮ ਵਿਸਾਰੀਐ ਕੰਨਾਂ ਨਾਲ ਸੁਣੀਦਾ ਹੈ, ਰਸਨਾ ਦੇ ਨਾਲ ਗਾਈਦਾ ਹੈ। ਜਿਹੜੀ ਧਿਆਉਣ ਦੀ ਗੱਲ ਮਹਾਰਾਜ ਨੇ ਕੀਤੀ ਹੈ ਇਹ ਹਿਰਦੇ ਕਰਕੇ ਧਿਆਈਦਾ ਹੈ। ਜਿੱਥੇ ਦਿਲ ਦੀ ਧੜਕਣ ਹੈ ਉਹਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਾਮ ਦੀ ਆਵਾਜ਼ ਸਰਵਣ ਕਰਨੀ। ਹਿਰਦੇ ਕਰਕੇ ਜੋ ਧਿਆਉਣਾ ਕਰ, ਕਿਉਂਕਿ ਰਾਮ ਰਾਮ ਸਭ ਕੋ ਕਹੈ ਕਹੀਐ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਬੋਲਣ ਨੂੰ ਤਾਂ ਕੋਇਲ ਵੀ ਤੂੰ ਹੀ ਬੋਲੀ ਜਾ ਰਹੀ ਹੈ, ਤੁਸੀਂ ਦੱਸੋ। ਪਰ ਉਹਦਾ ਜਿਹੜਾ ਧਿਆਨ ਹੈ ਉਹ ਤਾਂ ਅੰਬ ਦੇ ਵਿੱਚ ਹੈ ਵੀ ਮੈਨੂੰ ਅੰਬ ਮਿਲੇ, ਜਾਂ ਮਿੱਠੇ ਮਿੱਠੇ ਅੰਬ ਖਾ ਕੇ ਬੜਾ ਉਹ ਵਧੀਆ ਤੂੰ ਹੀ ਬੋਲਦੀ ਹੈ। ਤੋ ਜ਼ਰੂਰੀ ਨਹੀਂ ਵੀ ਰੱਬ ਸਾਨੂੰ ਕੜਾਹ ਪੂੜੀਆਂ ਖਾਣ ਨੂੰ ਦੇਵੇ, ਸੋਹਣੇ ਸੋਹਣੇ ਵਸਤਰ ਪਾਉਣ ਨੂੰ ਦੇਵੇ ਅਤੇ ਤਾਂ ਆਪਾਂ ਆਖੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰੱਬ ਦਾ ਸ਼ੁਕਰ ਮਨਾਈਏ। ਸੋ ਆਪ ਦੇ ਭਲੇ ਵਾਸਤੇ ਐਜ਼ ਏ ਫਰਜ਼ ਆਇਓ ਸੁਣਨ ਪੜ੍ਹਨ ਕੋ ਬਾਣੀ। ਮਨੁੱਖਾ ਜਨਮ ਦੇ ਨਾਤੇ ਕਿ ਅਸੀਂ ਬਾਣੀ ਪੜ੍ਹਨ ਅਤੇ ਸੁਣ ਲਈ ਆਏ ਹਾਂ। ਆਪ ਦਾ ਫਰਜ਼ ਪਹਿਚਾਣਦਿਆਂ ਹੋਇਆਂ ਬੰਦੋ ਹੋਏ ਬੰਦਗੀ ਗਹਿ। ਸੋ ਮਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੀਏ। ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਜਾਪ ਕੇ ਕੀਏ ਤੇ ਜੋ ਪੈ ਪਾਈਏਤ ਅਜਾਪ ਦੇਵ। ਨਿਰਾ ਬੋਲਣ ਦੇ ਨਾਲ, ਜਾਪ ਕਰਨ ਦੇ ਨਾਲ ਅਜਾਪ ਦੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਤਾਂ ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਪੂਦਨਾ ਇੱਕ ਕੋਇਲ ਦੇ ਆਕਾਰ ਦਾ ਜਾਨਵਰ ਹੈ ਜੋ ਹਮੇਸ਼ਾ ਤੂੰ ਹੀ ਉਚਾਰਦਾ ਰਹਿੰਦਾ। ਇਸ ਲਈ ਉਹਨੂੰ ਰੱਬ ਕਿਉਂ ਨਹੀਂ ਮਿਲਦਾ? ਕਿਉਂਕਿ ਉਹਦਾ ਧਿਆਨ ਅੰਬ ਦੇ ਵਿੱਚ ਹੈ। ਇੰਝ ਜੇ ਸਾਡਾ ਮਨ ਮਾਇਆ ਦੇ ਵਿੱਚ ਹੈ ਅਤੇ ਹੱਥੋਂ ਆਪਾਂ ਮਾਲਾ ਫੇਰੀ ਜਾ ਰਹੇ ਹਾਂ। ਹਿਰਦਾ ਕੂੜ, ਹਿਰਦੇ ਵਿੱਚ ਝੂਠ ਭੜਿਆ ਪਿਆ ਹੈ। ਕੰਠ ਰੁਦਰਾਖੰ, ਗਲੇ ਦੇ ਵਿੱਚ ਰੁਦਰਾਖੀ ਮਾਲਾ ਹੈ। ਹਿਰਦਾ ਕੂੜ ਕੰਠ ਰੁਦਰਾਖੰ ਰੇ ਮਾਲਾ ਕ੍ਰਿਸ਼ਨ ਅਪਾਖੰ। ਅਤੇ ਮਾਲਾ ਲੈ ਕੇ ਕ੍ਰਿਸ਼ਨ ਕਰੀ ਜਾਏ, ਉਹਦੇ ਨਾਲ ਕ੍ਰਿਸ਼ਨ ਥੋੜ੍ਹਾ ਮਿਲੇਗਾ। ਸੋ ਇੰਝ ਮੁਖ ਝੂਠ ਹੰਬੇ ਭੂਖਣ ਸਾਰੰ। ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਕਪਾਟੰ। ਜੋ ਜਾਨਸ ਬ੍ਰਹਮ ਕਰਮੰ ਸਾ ਫੋਗਟ ਨਿਸ਼ਚਉ ਕਰਮੰ। ਕਹੋ ਨਾਨਕ ਨਿਸ਼ਚੈ ਧਿਆਵੈ ਬਿਨ ਸਤਿਗੁਰ ਬਾਟ ਨਾ ਬਾਵੈ। ਸੋ ਕੰਨਾਂ ਕਰਕੇ ਸੁਣੀਏ, ਰਸਨਾ ਕਰਕੇ ਗਾਈਏ ਅਤੇ ਹਿਰਦੇ ਕਰਕੇ ਉਸ ਵਾਹਿਗੁਰੂ ਨੂੰ ਧਿਆਉਣਾ ਕਰੀਏ। ਖਿਨ ਨਾ ਵਿਸਾਰੀਏ, ਇੱਕ ਖਿਨ ਮਾਤਰ ਵੀ ਉਹਦੇ ਵਾਹਿਗੁਰੂ ਦੇ ਨਾਮ ਨੂੰ ਕਦੀ ਵੀ ਭੁਲਾਈਏ ਨਾ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਉਹੀ ਆਗਿਆ ਹੈ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਨਿਤ ਹੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ। ਜਗ ਮੈਂ ਉਤਮ ਕਾਢੀਆ ਹੈ ਵਿਰਲੇ ਕੇ। ਐ ਮੇਰਿਆ ਮਨਾ ਹਰ ਹਰ ਨਾਮ ਨੂੰ ਤੂੰ ਮਨ ਕਰਕੇ ਹਿਰਦੇ ਕਰਕੇ ਧਿਆਉਣਾ ਕਰ। ਅੱਖਾਂ ਦੇ ਨਾਲ ਦਰਸ਼ਨ ਕਰ, ਕੰਨਾਂ ਦੇ ਨਾਲ ਸੁਣ,
ਜ਼ਬਾਨ ਦੇ ਨਾਲ ਬੋਲ, ਖਿਨ ਮਾਤਰ ਵੀ, ਅੱਖ ਦੇ ਝਮਕਣ ਜਿੰਨੇ ਸਮੇਂ ਮਾਤਰ ਵੀ ਵਾਹਿਗੁਰੂ ਨਾਮ ਨੂੰ ਕਦੀ ਭੁਲਾਉਣਾ ਨਾ ਕਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਕਿਉ ਵਿਸਰੈ ਜਿਸ ਕੇ ਜੀਅ ਪੁਰਾਨਾ, ਸੋ ਕਿਉ ਵਿਸਰੈ ਸਭ ਮਾਹੀ ਸਮਾਨਾ। ਜਿਤ ਸੇਵਿਆ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਬਿਟੋਂ ਬਲ ਜਾਉ। ਤੂੰ ਵਿਸਰਹਿ ਤਦ ਹੀ ਮਰ ਜਾਉ ਰਹਾਉ। ਤਿਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ, ਤਿਨ ਤੂੰ ਵਿਸਰਹਿ ਜੇ ਦੂਜੈ ਪਾਏ। ਮਨਮੁਖ ਅਗਿਆਨੀ ਜੋਨੀ ਪਾਏ, ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਸੋ ਇੰਝ ਜਿਨ੍ਹਾਂ ਨੂੰ ਗੁਰੂ ਜੀ ਦੀ ਮੱਤ ਪ੍ਰਾਪਤ ਹੋਈ ਹੈ, ਉਹੀ ਹਰੀ ਦਾ ਨਾਮ ਜਪਦਿਆਂ ਨਾਮ ਦੇ ਵਿੱਚ ਸਮਾਏ ਨੇ। ਸੋ ਕਿਉ ਵਿਸਰੈ ਜੇ ਘਾਲ ਨਾ ਬਾਨੈ। ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰੋ ਭਾਈ। ਆਪਾਂ ਕਹਿੰਦੇ ਸਾਡਾ ਸਮਾਂ ਨਹੀਂ ਲੱਗਦਾ। ਪਾਤਸ਼ਾਹ ਕਹਿੰਦੇ ਨੇ ਸੋ ਕਿਉ ਵਿਸਰੈ ਜੇ ਘਾਲ ਨਾ ਬਾਨੈ, ਸੋ ਕਿਉ ਵਿਸਰੈ ਜੇ ਕੀਆ ਜਾਨੈ। ਸੋ ਕਿਉ ਵਿਸਰੈ ਜਿਨ ਸਭ ਕਿਛ ਦੀਐ। ਜਿਸ ਵਾਹਿਗੁਰੂ ਨੇ ਸਾਨੂੰ ਵੇਖੋ ਗੁਰਦੁਆਰਾ ਸਾਹਿਬ ਵਿਖੇ ਚੌਂਕੜਾ ਮਾਰਨ ਦੀ ਜਗ੍ਹਾ ਦਿੱਤੀ ਹੈ, ਜਿੰਨੀ ਜਗ੍ਹਾ 'ਤੇ ਆਪਾਂ ਬੈਠੇ ਹਾਂ, ਜੇ ਮਨ ਦੇ ਵਿੱਚ ਇਹੀ ਸੋਚ ਲਈਏ ਵੀ ਜਿਸ ਤਰ੍ਹਾਂ ਦੀ ਅੱਜ ਮਹਿੰਗਾਈ ਦਾ ਜ਼ਮਾਨਾ ਹੈ, ਵੇਖੋ ਬੈਠਣ ਦੀ ਖਲੋਣ ਦੀ ਕਿਤੇ ਜਗ੍ਹਾ ਮਿਲਦੀ ਹੈ। ਫਿਰ ਸੱਚਖੰਡ ਦੇ ਵਿੱਚ ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾ ਰਿਹਾ, ਉਂਝ ਸਾਨੂੰ ਪਤਾ ਨਹੀਂ ਚੱਲਦਾ, ਪਰ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ। ਜਦੋਂ ਟਾਈਮ ਟੇਬਲ ਟੁੱਟ ਜਾਵੇ ਉਦੋਂ ਪਤਾ ਚੱਲਦਾ ਕਿ ਸੰਗਤ ਦਾ ਸਮਾਂ ਬੜਾ ਗੋਲਡਨ ਜੁਬਲੀ ਵਾਲਾ ਸੀਗਾ। ਤੋ ਇਸ ਲਈ ਸੋ ਕਿਉ ਵਿਸਰੈ ਜਿਨ ਸਭ ਕੁਛ ਦੀਆ। ਜਿਸ ਵਾਹਿਗੁਰੂ ਨੇ ਸਾਨੂੰ ਘਰ-ਬਾਰ ਦਿੱਤਾ ਹੈ, ਖਾਣ ਪੀਣ ਪਹਿਨਣ ਪੁੱਗਣ ਵਾਸਤੇ, ਧਨ ਪਦਾਰਥ, ਰਿਸ਼ਤੇਦਾਰ, ਦੋਸਤ ਮਿੱਤਰ ਇਤਿਆਦਿਕ ਸਭ ਕੁਝ ਬਖਸ਼ਿਸ਼ ਕੀਤਾ ਹੈ। ਜੋ ਕੁਝ ਲੋੜ ਮਹਿਸੂਸ ਕਰਦੇ ਹਾਂ, ਲੋੜ ਮੁਤਾਬਕ ਸਮੇਂ ਸਮੇਂ ਅਨੁਸਾਰ ਸਭ ਕੁਛ ਦਈ ਹੀ ਦਈ ਜਾਂਦਾ ਹੈ। ਦੇਦਾ ਦੇ ਲੈਂਦੇ ਥੱਕ ਪਾਏ। ਫਿਰ ਉਸ ਵਾਹਿਗੁਰੂ ਦੇ ਨਾਮ ਨੂੰ ਭਲਾ ਕਿਉਂ ਬੁਲਾਈਏ ਭਾਈ? ਇਹੋ ਜਿਹੀ ਜਗ੍ਹਾ 'ਤੇ ਆ ਕੇ ਤਾਂ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ। ਜੇ ਇੱਥੇ ਆ ਕੇ ਵੀ ਵਾਹਿਗੁਰੂ ਨਹੀਂ ਆਖਿਆ ਫਿਰ ਕਿੱਥੇ ਆਖਾਂਗੇ? ਇਸ ਲਈ ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ। ਸੋ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਈ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ। ਇਉਂ ਮਹਾਰਾਜ ਨੇ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਾਏ ਨੇ ਅਤੇ ਇੱਥੇ ਵੀ ਆਗਿਆ ਕਰ ਰਹੇ ਨੇ। ਹਰ ਹਰ ਧਿਆਏ ਮਨਾ। ਹੇ ਮੇਰੇ ਮਨਾ, ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਦਾ ਧਿਆਉਣਾ ਕਰ। ਖਿਨ ਨਾ ਵਿਸਾਰੀਐ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਦੇ ਨਾਮ ਨੂੰ ਕਦੀ ਭੁਲਾਉਣਾ ਨਾ ਕਰ। ਸੋ
ਜਿਸ ਵਿਸਰੈ ਕਿ ਨਿਮਖ ਨਾ ਸਰੈ, ਕਿ ਨਿਮਖ ਮਾਤਰ ਵੀ ਉਹਦੇ ਵਿਸਰਨ ਤੋਂ ਸਰਦਾ ਨਹੀਂ ਹੈ। ਜੇ ਤੂੰ ਨਾਮ ਜਪੇਂਗਾ ਤਾਂ ਤੇਰੀ ਮੁਕਤੀ ਹੋ ਜਾਊਗੀ। ਨਾਮ ਸੁਣੇ ਨਾਮ ਸੰਗ੍ਰਹਿ ਹੈ, ਨਾਮੇ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤਰ ਹੋਏ। ਤੇਰਾ ਘਰ ਤੇਰਾ ਧਨ ਸਭ ਕੁਝ ਪਵਿੱਤਰ ਹੋ ਜਾਏਗਾ। ਹਰ ਕੇ ਗੁਣ ਗਾਵੋ, ਜੇ ਤੂੰ ਹਰੀ ਦੇ ਗੁਣਾਂ ਨੂੰ ਗਾਵੇਂਗਾ। ਹਰ ਨਾਮ ਵਪਾਰੀ ਨਾਨਕਾ, ਵਡਭਾਗੀ ਪਾਵੋ। ਤੂੰ ਵੱਡੇ ਭਾਗਾਂ ਦਾ ਸਦਕਾ ਵਾਹਿਗੁਰੂ ਨਾਮ ਨੂੰ ਤੂੰ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਕਰ ਲੈਣਾ ਕਰ। ਰਾਮ 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 ਜੋ ਰਾਮ ਪਰਮੇਸ਼ਰ ਸਾਰੇ ਹੀ ਰਾਮਾਂ ਵਿਆਪਕ ਸਰੂਪ ਰਾਮ ਰਮਿਆ ਹੋਇਆ ਤੇ ਰਮਾ ਸੁੰਦਰ ਸਰੂਪ ਹੈ। ਕਾਂਠੇ ਉਰ ਧਾਰੀਐ ਉਸ ਵਾਹਿਗੁਰੂ ਉਸ ਦੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਕੰਠ ਗਲ ਦੇ ਵਾਹਿਗੁਰੂ ਵਾਹਿਗੁਰੂ ਗਲ ਦੇ ਅੰਦਰ ਔਰ ਧਾਰੀ ਹੈ, ਧਾਰਨ ਕਰਕੇ ਰੱਖਣਾ ਗਾ ਬਾਈ। ਰਾਮ ਸਿਮਰ ਰਾਮ ਸਿਮਰ। ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਮਈ ਦੇ ਵਿੱਚ ਆ ਰਿਹਾ ਹੈ। ਉਹਨਾਂ ਸਤਿਗੁਰਾਂ ਦਾ ਬਾਣੀ ਦੇ ਵਿੱਚ ਬਚਨ ਹੈ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਹੇ ਮੇਰੇ ਭਰਾਵਾ, ਮਨ ਕਰਕੇ ਤਨ ਕਰਕੇ ਤੇ ਬਾਣੀ ਕਰਕੇ ਸਦਾ ਹੀ ਤੂੰ ਰਾਮ ਦਾ ਸਿਮਰਨ ਕਰਿਆ ਕਰ। ਰਾਮ ਨਾਮ ਸਿਮਰਨ ਬਿਨ ਬੂੜ ਤੇ ਅਧਿਕਾਈ। ਪ੍ਰਭੂ ਰਮੇ ਹੋਏ ਰਾਮ ਦੇ ਸਿਮਰਨ ਤੋਂ ਬਿਨਾਂ ਬਹੁਤ ਜ਼ਿਆਦਾ ਡੁੱਬ ਗਏ ਨੇ। ਰਹਾਉ ਬਨਤਾ ਸੁਤ ਦੇ ਗ੍ਰਹਿ ਸੰਪਦ ਸੁਖਦਾਈ। ਬਨਤਾ ਵਹੁਟੀ ਪੁੱਤਰ ਸਰੀਰ ਘਰ ਦੌਲਤ ਇਹ ਸਾਰੇ ਸੁੱਖ ਦੇਣ ਵਾਲੇ ਬਾਹਰੋਂ ਹੀ ਜਾਪਦੇ ਨੇ, ਪਰ ਇਨਮੈ ਕਛ ਨਾਹੀਂ ਤੇਰੋ ਕਾਲ ਅਬਦ ਆਈ। ਜਦੋਂ ਤੇਰੀ ਮੌਤ ਦਾ ਅਖੀਰਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਹੋ ਰਹੇਗਾ। ਅਜਾਮਲ ਗਜ ਗਣਕਾ ਪਤਤ ਕਰਮ ਕੀਨੇ। ਇਹਨਾਂ ਅਜਾਮਲ ਗਣਕਾ ਵਰਗਿਆਂ ਨੇ ਭਾਵੇਂ ਨੀਵੇਂ ਕਰਮ ਕੀਤੇ ਸਨ, ਵਿਕਾਰੀ ਕਰਮ ਭੋਗਦੇ ਰਹੇ, ਪਰ ਤੇ ਉਤਰ ਪਾਰ ਭਰੇ ਰਾਮ ਨਾਮ ਲੀਨੇ। ਰਾਮ ਨਾਮ ਦੇ ਵਿੱਚ ਵੇਖੋ ਇੰਨੀ ਤਾਕਤ ਇੰਨੀ ਬਰਕਤ ਹੈ ਕਿ ਉਹ ਰਾਮ ਦਾ ਨਾਮ ਲੈਣ ਤੋਂ ਪਵਿੱਤਰ ਵੀ ਹੋ ਗਏ ਤੇ ਪਾਰ ਵੀ ਉਤਰ ਗਏ। ਨਹੀਂ ਮਹਾਰਾਜ ਮੈਨੂੰ ਸ਼ਰਮ ਆਉਂਦੀ ਹੈ, ਲੋਕ ਕੀ ਕਹਿਣਗੇ ਵੀ ਉਹ ਵੇਖੋ ਬਾਬਾ ਜਾਂਦਾ ਗਾਤਰਾ ਪਾਇਆ, ਉਹ ਵੇਖੋ ਗੁਰਦੁਆਰੇ ਜਾ ਰਿਹਾ, ਆਹ ਵੇਖੋ ਲੰਗਰ ਖਾਣ ਜਾ ਰਿਹਾ, ਉਹ ਵੇਖੋ ਕੜਾਹ ਖਾਣ ਜਾ ਰਿਹਾ। ਮਹਾਰਾਜ ਲੋਕ ਬੜਾ ਮਖੌਲ ਕਰਦੇ ਨੇ, ਮੈਂ ਨਹੀਂ ਆਉਣਾ, ਮੈਂ ਤਾਂ ਨਹੀਂ ਪਾਠ ਕਰਨਾ। ਕੀ ਕਹਿਣਗੇ ਉਹ ਥਵੇਂ ਪਾਠੀ। ਤੇ ਇਸ ਵਾਸਤੇ ਮੈਂ ਤਾਂ ਨਹੀਂ ਕਰਨਾ ਜੀ ਪਾਠ, ਮੈਂ ਤਾਂ ਕੋਈ ਬਿਜ਼ਨਸ ਕਰੂੰਗਾ। ਲੋਕ ਬੜਾ ਮਖੌਲ ਕਰਦੇ, ਮੈਨੂੰ ਸ਼ਰਮ ਆਉਂਦੀ ਹੈ ਜੀ ਪਾਠ ਕਰਦੇ ਨੂੰ, ਗੁਰੂ ਘਰ ਆਉਂਦੇ ਨੂੰ। ਦੁਨੀਆ ਕੀ ਆਖੂਗੀ। ਤੇ ਕਿਤੇ ਵਿਆਹ ਦੀ ਗੱਲ ਚੱਲੇ ਨਾ, ਮੁੰਡਾ ਕੀ ਆ ਹੈਂ ਪਾਠੀ ਆ, ਕੰਮ ਨਹੀਂ ਕੋਈ ਕਰਦਾ। ਦੱਸੋ ਰਕਸ਼ਾ ਵਾਹ ਕੇ ਵੀ ਤਾਂ ਰੋਟੀ ਖਾਣੀ ਹੈ। ਮੋਚੀ ਵਿਚਾਰਾ ਜੁੱਤੀਆਂ ਗੰਢ ਕੇ ਖਾਂਦਾ। ਸੜਕਾਂ ਦੇ ਲੋਕ ਕਿਨਾਰਿਆਂ 'ਤੇ ਖੜ੍ਹੇ ਹੁੰਦੇ ਹਨ। ਤੋ ਮਹਾਰਾਜ ਦਾ ਪਾਠ ਕਰਨਾ, ਜੇ ਵਾਹਿਗੁਰੂ ਪ੍ਰਸ਼ਾਦ ਪਾਣੀ ਦਿੰਦਾ, ਮਾਇਆ ਧੇਲਾ ਦਿੰਦਾ, ਗੁਜ਼ਾਰਾ ਵੀ ਚਲਾਉਂਦਾ, ਅਤੇ ਕੋਈ ਲਾਮਾ ਤਾਂ ਨਹੀਂ ਹੈ। ਇਹ ਵੀ ਇੱਕ ਕਿਰਤ ਹੈ। ਦੂਜੀ ਕਿਰਤ ਵੀ ਤਾਂ ਕਰਕੇ ਖਾਣਾ ਹੀ ਹੈ। ਜੇ ਕੋਈ ਕਹੇ ਵੀ ਵੇਖੋ ਜੀ ਲਾਲਚ ਕਰਦੇ ਨੇ, ਲਾਲਚ ਤਾਂ ਕੋਈ ਨਹੀਂ ਹੈ। ਤੋ ਇਸ ਵਾਸਤੇ ਸਭ ਤੋਂ ਜ਼ਿਆਦਾ ਜੇ ਕਹੀਏ ਰੇਟ ਤੇ ਉਹ ਗੁਰਬਾਣੀ ਦੇ ਹਨ, ਜੋ ਅਸੀਂ ਆਪ ਬਣਾਏ ਹੋਏ ਨੇ। ਤੋ ਇਹ ਤਾਂ ਇੱਕ ਪ੍ਰੇਮ ਭੇਟਾ ਹੈ।
ਮੁੱਲ ਤਾਂ ਨਹੀਂ ਕੋਈ ਤਾਰ ਸਕਦਾ। ਅਤੇ ਬਹੁਤ ਹੀ ਜ਼ਿਆਦਾ ਸਵਾਈ ਜਿਹੀ ਹੈ। ਜਿਹੜੇ ਲੇਬਰ ਵਾਲੇ ਨੇ, ਇੱਟਾਂ ਢੋਣ ਵਾਲੇ, ਉਹਨਾਂ ਨੂੰ ਵੀ ਲੋਕ ਖੁਸ਼ ਹੋ ਕੇ ਅਤੇ ਬਹੁਤ ਕੁਛ ਹੋਰ ਜ਼ਿਆਦਾ ਦੇ ਦਿੰਦੇ ਨੇ। ਬਾਣੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਧੁਰ ਕੀ ਬਾਣੀ ਆਈ। ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਦ ਮਿਟਾਈ। ਇਹ ਧੁਰ ਕੀ ਬਾਣੀ ਦੀ ਤਾਂ ਇੱਕ ਤੁਸ਼ ਜਿਹੀ ਭੇਟਾ ਹੈ ਜੋ ਆਪਾਂ ਨੇ ਨੀਅਤ ਕੀਤੀ ਹੋਈ ਹੈ, ਲਾਲਚ ਕੋਈ ਨਹੀਂ ਹੈ। ਤੋ ਇਸ ਲਈ ਇਹ ਤਾਂ ਮਹਾਰਾਜ ਦਾ ਪ੍ਰਸ਼ਾਦ ਹੈ। ਦੁਕਾਨ ਤੋਂ ਸੌਦਾ ਲੈਣ ਜਾਈਦਾ ਸੀਗਾ ਅਤੇ ਦੁਕਾਨਦਾਰ ਮਾਂ ਲਈ, ਘਰਦਿਆਂ ਲਈ ਤਾਂ ਸੌਦਾ ਪੈਸੇ ਦਾ ਦਿੰਦਾ ਸੀ, ਪਰ ਸਾਨੂੰ ਫੁੱਲੀਆਂ ਛੋਲੇ, ਕੋਈ ਮਿੱਠਾ ਖਾਣ ਨੂੰ ਉਹ ਝੁੰਗੇ ਵਜੋਂ ਹੀ ਦੇ ਦਿੰਦਾ। ਇਹ ਜੋ ਕੁਝ ਪਰਮਾਤਮਾ ਵੱਲੋਂ ਲੀੜਾ ਕੱਪੜਾ ਧਨ ਪਦਾਰਥ ਮਿਲ ਰਿਹਾ, ਇਹ ਤਾਂ ਇੱਕ ਝੁੰਗਾ ਰੂੰਗਾ ਹੀ ਸਮਝੋ। ਬਾਣੀ ਦੀ ਤਾਂ ਬਹੁਤ ਬੜੀ ਕੀਮਤ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਾਈ ਸੀਗੀ। ਜਪਜੀ ਸਾਹਿਬ ਦਾ ਪਾਠ ਸੁਣ ਕੇ ਗੁਰਤਾ ਗੱਦੀ ਦੇਣ ਨੂੰ ਤਿਆਰ ਹੋ ਗਏ। ਕਹਿੰਦੇ ਤਿੰਨਾਂ ਲੋਕਾਂ ਦੀ ਮਾਇਆ ਗੁਰਤਾ ਗੱਦੀ ਦੇ ਅਧੀਨ ਹੈ। ਤੋ ਇੰਝ ਭਾਈ ਮਰਦਾਨਾ ਜੀ ਨੂੰ ਵੇਖੋ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਨਿਹਾਲ ਕਰ ਦਿੱਤਾ। ਕਲਗੀਧਰ ਦਸ਼ਮੇਸ਼ ਪਿਤਾ ਕਵੀਆਂ ਤੋਂ ਕਵਿਤਾ ਸੁਣ ਕੇ ਅਤੇ ਕਿੰਨਾ ਉਹਨਾਂ 'ਤੇ ਬਖਸ਼ਿਸ਼ਾਂ ਰਹਿਮਤਾਂ ਕਰਦੇ ਸਨ। ਇਸ ਲਈ ਜੇ ਲੋਕਾਂ ਨੂੰ ਠੇਕੇ 'ਤੇ ਜਾਣ ਲੱਗਿਆ ਸ਼ਰਮ ਨਹੀਂ ਆਉਂਦੀ, ਪੁੱਛੋ ਕਿੱਥੇ ਚੱਲਿਓ ਠੇਕੇ 'ਤੇ? ਲੱਖਾਂ ਦੀਆਂ ਗੱਡੀਆਂ ਉੱਥੇ ਖੜੀਆਂ ਹੋਣਗੀਆਂ, ਕੋਈ ਕਰਦਾ ਸ਼ਰਮ? ਅਤੇ ਤੁਸੀਂ ਕਿਉਂ ਕਹਿੰਦੇ ਹੋ ਬਈ ਸ਼ਰਮ ਆਉਂਦੀ ਪਾਠ ਕਰਦੇ ਆ? ਕਿੱਥੇ ਚੱਲੇ ਜੀ? ਅੱਜ ਸੰਡੇ ਆ, ਅਲੰਟੇ ਮਾਲ ਚੱਲੇ ਆ, ਕੋਈ ਮੂਵੀ ਵੇਖਾਂਗੇ। ਉਹਨਾਂ ਨੂੰ ਸ਼ਰਮ ਤਾਂ ਆਉਂਦੀ ਨਹੀਂ ਹੈ, ਅਤੇ ਫਿਰ ਤੁਹਾਨੂੰ ਗੁਰਦੁਆਰੇ ਆਉਂਦੇ ਆ ਭਲਾ ਕਿਉਂ ਸ਼ਰਮ ਆਵੇ ਬਈ? ਜੇ ਬਹੁਤਾ ਜ਼ਿਆਦਾ ਹੀ ਆਪਾਂ ਮਹਾਰਾਜ ਨੂੰ ਆਖੀਏ ਵੀ ਨਹੀਂ ਮਹਾਰਾਜ ਸਾਨੂੰ ਤਾਂ ਬਹੁਤ ਲੱਜਾ ਆਉਂਦੀ ਹੈ, ਤੁਸੀਂ ਕਹਿੰਦੇ ਰਾਮ ਰਾਮ ਜਪੋ, ਵਾਹਿਗੁਰੂ ਵਾਹਿਗੁਰੂ ਆਖੋ, ਅਤੇ ਸਾਨੂੰ ਲੱਜਾ ਆਉਂਦੀ ਹੈ ਜੀ। ਤਾਂ ਪਾਤਸ਼ਾਹ ਫਰਮਾਉਂਦੇ ਨੇ ਸ਼ੁਕਰ ਕੁਕਰ ਜੋਨ ਪਰਮੇ। ਜਦ ਤੂੰ ਕੁੱਤਾ ਬਣ ਕੇ ਲੋਕਾਂ ਦੇ ਦਰਵਾਜ਼ਿਆਂ 'ਤੇ ਖੜ੍ਹਦਾ ਸੀਗਾ, ਗਲੀਆਂ ਵਿੱਚ ਭੌਂਕਦਾ ਹੁੰਦਾ ਸੀਗਾ, ਅਤੇ ਸੂਰ ਬਣ ਕੇ ਤੂੰ ਨਗਰ ਦੀ ਸਫਾਈ ਕਰਦਾ ਹੁੰਦਾ ਸੀ ਮੂੰਹ ਦੇ ਨਾਲ। ਇਹਨਾਂ ਜੂਨਾਂ ਦੇ ਵਿੱਚ ਜਦ ਤੂੰ ਭਰਮਦਾ ਸੀ ਤਾਂ ਉਹ ਇਲਾਜ ਨਾ ਆਈ, ਉਦੋਂ ਤੈਨੂੰ ਸ਼ਰਮ ਨਹੀਂ ਆਈ? ਹੁਣ ਤੈਨੂੰ ਸ਼ਰਮ ਆਉਂਦੀ ਹੈ ਜਾਂ ਜਦੋਂ ਇਹਨਾਂ ਜੂਨਾਂ 'ਚ ਰੱਬ ਪਾ ਦੇਵੇਗਾ ਵਾਹਿਗੁਰੂ ਤਾਂ ਕੀ ਤੈਨੂੰ ਉਦੋਂ ਸ਼ਰਮ ਨਹੀਂ ਆਊਗੀ? ਜੇ ਵਾਹਿਗੁਰੂ ਵਾਹਿਗੁਰੂ ਜੇ ਤੂੰ ਵਾਹਿਗੁਰੂ 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 ਜੀ ਦਾ ਜਾਪ ਨਾ ਜਪਿਆ ਤਾਂ ਕੁੱਤੇ ਬਿੱਲੇ ਸੱਪ ਠੂੰਹੇ ਸੂਰ ਇਤਿਆਦਿਕ ਜੂਨਾਂ ਦੇ ਵਿੱਚ ਭਰਮਣਾ ਪਵੇਗਾ। ਅਤੇ ਉਦੋਂ ਫਿਰ ਤੂੰ ਸ਼ਰਮ ਦਾ ਮਾਰਿਆ ਕੀ ਕਰੇਗਾ? ਰਾਮ ਨਾਮ ਛਾੜਿ ਅੰਮ੍ਰਿਤ। ਮਹਾਰਾਜ ਦਾ ਖੰਡੇ ਬਾਟੀ ਦਾ ਅੰਮ੍ਰਿਤ ਛਕਣ ਲੱਗਿਆ ਤੈਨੂੰ ਸ਼ਰਮ ਆਉਂਦੀ ਹੈ? ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀਗੇ ਕਿ ਭਾਈ ਗਾਤਰਾ ਪਾਉਣ ਲੱਗਿਆ ਸ਼ਰਮ ਕਿਉਂ ਕਰਦੇ ਹੋ? ਉੱਤੋਂ ਦੀ ਪਾਇਆ ਕਰੋ। ਮੈਂ ਤਾਂ ਉਹਨਾਂ ਦੀ ਕਥਾ ਸੁਣ ਕੇ ਅਤੇ ਪਰਮਹੰਸ ਉਹਨਾਂ ਦੇ ਜਥੇ ਦੇ ਸਿੰਘ ਪੰਜ ਪਿਆਰਿਆਂ 'ਚ ਲੱਗੇ, ਜਿਉਂ ਹੀ ਅੰਮ੍ਰਿਤਪਾਨ ਕੀਤਾ ਮਹਾਂਪੁਰਖਾਂ ਦੀ ਆਗਿਆ ਦੇ ਮੁਤਾਬਕ ਗਾਤਰਾ ਉੱਤੋਂ ਦੀ ਰੱਖਿਆ। ਕਹਿਣ ਵਾਲੇ ਕਹੀ ਜਾਣ, ਸਕੂਲ ਵੀ ਕਾਲਜ ਵੀ ਜਿੱਥੇ ਜਾਓ ਬਾਬਾ ਜੀ ਕਹਿੰਦੇ ਵੀ ਇਹ ਕੋਈ ਚੋਰੀ ਦਾ ਮਾਲ ਥੋੜੋ ਜਿਹੜਾ ਪਿੰਡ ਦੇ ਵਿੱਚ ਕਈ ਪਿੰਡ ਗੰਦੀ ਹੁੰਦੀ ਹੈ, ਟੱਟੀ ਪਿਸ਼ਾਬ ਕਰਕੇ ਉਹੀ ਹੱਥ ਆਪਾਂ ਪਿੰਡ ਨੂੰ ਉਹਦੇ ਵਿੱਚ ਹੀ ਆਪਾਂ ਕਿਰਪਾਨ ਘਸੋੜ ਦਿੰਦੇ ਆ। ਇਹ ਕੋਈ ਸਤਿਕਾਰ ਥੋੜੋ ਆ। ਉੱਪਰ ਦੀ
ਤੇ ਜੋ ਸਭਨਾਂ ਨੂੰ, ਜਿਵੇਂ ਨਿਹੰਗ ਸਿੰਘਾਂ ਦਾ ਫਰਲਾ ਹੁੰਦਾ ਸਭਨਾਂ ਨੂੰ ਦਿਖੇ, ਇਹ 'ਚ ਕਾਹਦਾ ਲੁਕਾ ਭਾਈ, ਕਾਹਦੀ ਸ਼ਰਮ ਹੈ? ਸਾਡੇ ਬਾਬੇ ਹੀ ਥੱਲਿਓਂ ਦੀ ਪਾਉਂਦੇ ਨੇ ਕਈ, ਤੋ ਹੋਰ ਆਪਾਂ ਕਿਸੇ ਨੂੰ ਕੀ ਕਹਿਣਾ। ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਛਕਦਾ ਨਹੀਂ ਹੈ, ਜਾਂ ਬਾਣੀ ਦੇ ਵਿੱਚੋਂ ਅੰਮ੍ਰਿਤ ਨਹੀਂ ਪੀਂਦਾ। ਰਾਮ ਨਾਮ ਛਾੜੀ ਅੰਮ੍ਰਿਤ, ਮਹਾਰਾਜ ਦਾ ਰਾਮ ਨਾਮ ਅੰਮ੍ਰਿਤ ਰੂਪ ਹੈ, ਇਹਨੂੰ ਛੱਡ ਕੇ ਕਾਹੇ ਵਿਖਾਈ, ਕਾਹਦੇ ਲਈ ਸ਼ਰਾਬ ਪੀਣ ਜਾਂਦਾ ਬਾਈ? ਕਾਹਦੇ ਲਈ? ਵਿਕਾਰਾਂ ਦੀ ਮਾਇਆ ਦੀ ਜ਼ਹਿਰ ਨੂੰ ਭੁਗ ਰਿਹਾ ਹੈ। ਇਸ ਲਈ ਆਪਦੇ ਗਲੇ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਨਾਮ ਧਾਰਨ ਕਰਕੇ ਰੱਖ, ਹਿਰਦੇ ਦੇ ਵਿੱਚ, ਕੰਠ ਦੇ ਵਿੱਚ। ਜਿਸ ਤਰ੍ਹਾਂ ਬਾਬਾ ਮੋਹਨ ਕੰਠ ਦੇ ਵਿੱਚ ਨਾਮ ਜਪਦਾ ਸੀਗਾ, ਇਉਂ ਵਾਹਿਗੁਰੂ ਵਾਹਿਗੁਰੂ ਸੋ ਗਲੇ ਦੇ ਵਿੱਚ ਜਾਂ ਉਰ ਧਾਰੀ ਹੈ, ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ। ਰਾਗ ਜੈ ਜਵੰਤੀ ਮਹੱਲਾ ਨਾਵਾਂ, ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਸਾਨੂੰ ਤਾਂ ਬਥੇਰਾ ਕੰਮ ਹੈ ਜੀ, ਸਾਥੋਂ ਤਾਂ ਟਾਈਮ ਨਹੀਂ ਲੱਗਦਾ। ਮਾਰੇ ਕਹਿੰਦੇ ਤੇਰਾ ਬਾਕੀ ਕੰਮ ਫਜ਼ੂਲ ਦਾ ਹੈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇਰਾ ਇਹੀ ਕੰਮ ਹੈ ਕਿ ਤੂੰ ਮਨ ਕਰਕੇ ਰਾਮ ਦਾ ਸਿਮਰਨ ਕਰ, ਬਾਣੀ ਕਰਕੇ ਸਿਮਰਨ ਕਰ। ਮਾਇਆ ਕੋ ਸੰਗ ਤਿਆਗ, ਪ੍ਰਭ ਜੋ ਕੀ ਸ਼ਰਨ ਲਾਗ। ਮਾਇਆ ਦੀ ਸੰਗਤ ਨੂੰ ਤਿਆਗ ਦੇ, ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਲੱਗ ਜਾਣਾ ਕਰ, ਇਹਦੇ ਨਾਲ ਨਹੀਂ ਜਾਣਾ। ਆਹ ਨੋਟਬੰਦੀ ਦੇ ਵਿੱਚ ਸਾਰਿਆਂ ਨੂੰ ਦਿਨੇ ਤਾਰੇ ਰੱਬ ਨੇ ਦਿਖਾ ਦਿੱਤੇ ਵੀ ਆਹ ਵੇਖ ਲਓ। ਮਰਿਆਂ ਤੋਂ ਬਾਅਦ ਤਾਂ ਕੀ ਗੱਲ ਕਰਨੀ, ਜਿਉਂਦਿਆਂ ਹੀ ਚੂਹੇ ਵੀ ਟੁੱਕ ਜਾਂਦੇ ਨੇ ਤੇ ਨੋਟ ਬਦਲ ਜਾਂਦੇ ਨੇ। ਤੋ ਇਸ ਵਾਸਤੇ ਇਹ ਦੁੱਖ ਰੂਪ ਹੈ, ਇਹਦੀ ਸੰਗਤ ਨੂੰ ਤਿਆਗ ਦੇ। ਮਾਇਆ ਕੋ ਸੰਗ ਤਿਆਗ, ਪ੍ਰਭ ਜੋ ਕੀ ਸ਼ਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਜਗਤ ਦੇ ਸੁਖ ਮਿਥਿਆ ਮਨ, ਸਭ ਸਾਜ ਬਾ ਝੂਠਾ ਹੈ। ਰਹਾਉ ਸੁਪਨੇ ਜਿਉ ਧਨ ਪਛਾਣ, ਇਹ ਧਨ ਮਾਇਆ ਨੂੰ ਸੁਪਨੇ ਮਾਤਰ ਪਹਿਚਾਨ ਨਾ ਕਰ। ਕਹਿੰਦੇ ਦਮੜਾ ਤਿਸੀ ਕਾ ਜੋ ਖਰਚਾ ਰਖਾਏ, ਦੀਵੈ ਦਿਲਾਵੈ ਰਜਾਵੈ ਖਦਾਏ। ਪੈਸਾ ਉਸੇ ਦਾ ਹੈ ਜਿਹੜਾ ਖਰਚਦਾ, ਖਾਂਦਾ, ਦਿੰਦਾ, ਦਿਲਾਉਂਦਾ ਹੈ। ਕਾਹੇ ਪਰ ਕਰਤ ਮਾਣ, ਤੂੰ ਇਕੱਠਾ ਕਰਕੇ ਕਾਹਦੇ ਤੇ ਹੰਕਾਰ ਕਰ ਰਿਹਾ। ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ। ਇਹ ਧਰਤੀ ਦਾ ਰਾਜ ਤਾਂ ਰੇਤ ਦੀ ਕੰਧ ਦੀ ਤਰ੍ਹਾਂ ਹੈ। ਨਾਨਕ ਜਨ ਕਹਿਤ ਬਾਤ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤੈਨੂੰ ਅਸੀਂ ਗੱਲ ਕਹਿ ਰਹੇ ਹਾਂ। ਬਿਨ ਸਜਾ ਹੈ ਤੇਰੋ ਗਾਤ, ਆ ਜਿਹੜਾ ਤੇਰਾ ਗਾਤ ਸਰੀਰ ਹੈ ਇਹ ਨਾਸ ਹੋ ਜਾਵੇਗਾ। ਛਿਨ ਛਿਨ ਕਰ ਕਹਿਓ ਕਾਲ, ਤੈਸੇ ਜਾਤ ਆਜ ਹੈ। ਖਿਨ ਖਿਨ ਕਾਲ ਕਰਕੇ ਇਹ ਤੁਰਿਆ ਜਾ ਰਿਹਾ ਹੈ। ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਹਰ ਹਰ ਧਿਆਏ ਮਨਾ। ਇਹ ਮੇਰੇ ਮਨਾ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਦਾ ਧਿਆਉਣਾ ਕਰ। ਇੱਕ ਛਿਨ ਮਾਤਰ ਵੀ ਵਾਹਿਗੁਰੂ ਦੇ ਨਾਮ ਨੂੰ ਨਾ ਭੁਲਾਉਣਾ ਕਰ। ਰਾਮ 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 ਰਮਾ, ਜੋ ਪਰਮੇਸ਼ਰ ਸਾਰੇ ਵਿਆਪਕ ਸਰੂਪ ਰਮਿਆ ਹੋਇਆ ਤੇ ਸੁੰਦਰ ਸਰੂਪ ਹੈ। ਕਾਂਠ ਉਰ ਧਾਰੀਆ, ਸੁੰਦਰ ਸਰੂਪ ਹੈ ਕਿ ਪੂਪਣ ਕੇ ਪੂਪ ਹੈ। ਉਸ ਵਾਹਿਗੁਰੂ ਦੇ ਨਾਮ ਨੂੰ ਗਲ ਦੇ ਅੰਦਰ ਧਾਰਨ ਕਰਕੇ ਰੱਖਣਾ ਕਰ। ਮਨ ਬਾਣੀ ਸਰੀਰ ਪੁਰਾਣਾ ਕਰਕੇ ਕੰਠ ਵਿੱਚ ਧਾਰਨ ਕਰ। ਕੰਠ ਆਦਿਕ ਚਾਰੇ ਬਾਣੀਆਂ ਦੁਆਰਾ ਧਾਰਨ ਕਰ। ਚਾਰੇ ਯੁੱਗਾਂ 'ਚ ਵਿਆਪਕ ਹੈ। ਪਰਮੇਸ਼ਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰੀਏ। ਹਰ ਹਰ ਪੁਰਖ ਪੂਰਨ, ਜੋ ਪੂਰਨ ਪੁਰਖ ਵਾਹਿਗੁਰੂ ਹੈ, ਪਰਿਪੂਰਨ ਅਕਾਲ ਪੁਰਖ ਤੇ ਸਭ ਨੂੰ ਆਪਣੀ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲਾ ਹੈ।
ਸਾਰੀਆਂ ਥਾਵਾਂ ਦੇ ਪਰਿਪੂਰਨ ਹੈ। ਪਾਰ ਬ੍ਰਹਮ ਨਿਰੰਜਨੋ ਜੋ ਪੁੰਨਾ ਪਾਪਾਂ ਤੋਂ ਪਰੇ ਵਿਆਪਕ ਸ਼ੁੱਧ ਸਰੂਪ ਵਾਹਿਗੁਰੂ ਪੁਰਸ਼ਾਰ ਦੇਣ ਵਾਲਾ, ਉਸ ਵਾਹਿਗੁਰੂ ਨੂੰ ਤੂੰ ਹਿਰਦੇ ਵਿੱਚ ਧਾਰਨ ਕਰਕੇ ਰੱਖ ਔਰ ਧਾਰ ਪਾ ਵਸਾ ਕੇ ਰੱਖਣਾ ਕਰ। ਜੈ ਡਟੇ ਮਨ ਧੀਰੀ ਹੈ, ਜਿਹਦੇ ਦਰਸ਼ਨ ਕਰਦਿਆਂ ਹੀ ਮਨ ਨੂੰ ਧੀਰਜ ਆਉਂਦੀ ਹੈ। ਕਿਲ ਵਿਖ ਵੰਜਨ ਦੂਰੇ, ਜਿਹੜੇ ਕਿਲ ਵਿਖ ਬਜਰ ਪਾਪ ਨੇ ਇਹ ਦੂਰ ਪਾ ਜਾਂਦੇ ਨੇ। ਸੋ ਕਿਉ ਵਿਸਰੈ ਮਾਉ ਮੈਂ, ਹੇ ਮੇਰੀ ਮਾਂ, ਹੇ ਮਹਾਂਪੁਰਖੋ, ਹੇ ਗੁਰੂ ਸਾਹਿਬ ਜੀ, ਉਹ ਵਾਹਿਗੁਰੂ ਦਾ ਨਾਮ ਮੈਨੂੰ ਕਿਉਂ ਭੁੱਲੇ ਜੋ ਰਹੇ ਆ ਭਰਪੂਰੇ, ਜੋ ਸਾਰੀਆਂ ਥਾਵਾਂ ਦੇ ਪਰਿਪੂਰਨ ਹੋ ਕੇ ਮਿਲ ਰਿਹਾ ਹੈ। ਭੈ ਦੂਰ ਕਰਤਾ ਪਾਪ ਹਰਤਾ, ਉਹ ਪਰਮਾਤਮਾ ਜੰਮਣ ਮਨ ਦੇ ਡਰ ਨੂੰ ਦੂਰ ਕਰਨੇ ਵਾਲਾ, ਪਾਪਾਂ ਗੁਨਾਹਾਂ ਨੂੰ ਨਾਸ਼ ਕਰਨੇ ਵਾਲਾ ਹੈ। ਦੁਸਹਿ ਦੁਖ ਭਵ ਖੰਡਨੋ, ਦੁਸਹਿ ਜਿਹੜਾ ਨਾ ਸਹਾਰੇ ਜਾਣ ਵਾਲਾ, ਭਾਵ ਕਠਨ ਸਹਾਰਨ ਵਾਲਾ, ਮਾਤਾ ਦੇ ਗਰਭ ਨਰਕ ਆਦਿਕ ਦੇ ਦੁੱਖਾਂ ਤੇ 7 ਪ੍ਰਕਾਰ ਦੇ ਡਰ ਨੂੰ ਕੱਟਣ ਵਾਲਾ, ਨਾਸ਼ ਕਰਨ ਵਾਲਾ, ਸੰਸਾਰ ਦੇ ਕਠਨ ਦੁੱਖਾਂ ਨੂੰ ਕੱਟਣ ਵਾਲਾ ਹੈ। ਜਗਦੀਸ਼ ਈਸ ਗੋਪਾਲ ਮਾਧੋ, ਜੋ ਜਗਤ ਸੰਸਾਰ ਦੇ ਜੋ ਈਸ ਰਾਜੇ ਜਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕਾਂ ਦਾ ਵੀ ਈਸ ਮਾਲਕ ਹੈ, ਜਾਂ ਹਿਰਨ ਗਰਭ ਆਦਿਕ ਤੇ ਸਾਰੇ ਜਗਤ ਦਾ ਮਾਲਕ ਹੈ, ਅਤੇ ਗੋਪਾਲ ਪ੍ਰਥਵੀ ਦਾ ਪਾਲਕ ਹੈ, ਮਾਧੋ ਤੇ ਮਾਇਆ ਦਾ ਪਤੀ ਹੈ ਪਰਮੇਸ਼ਰ। ਗੁਣ ਗੋਬਿੰਦ ਵਿਚਾਰੀ ਵਿਚਾਰੀਐ, ਉਸ ਪਰਮੇਸ਼ਰ ਦੇ ਗੋਬਿੰਦ ਦੇ ਗੁਣਾਂ ਨੂੰ ਸਤ ਸੰਗਤ ਨਾਲ ਮਿਲ ਕੇ ਵੀ ਵਿਚਾਰਨਾ ਕਰੀਏ। ਬਿਨਵੰਤ ਨਾਨਕ ਮਿਲ ਸੰਗ ਸਾਧੂ, ਭਾਵ ਉਸ ਦਾ ਘਰ ਬੈਠੇ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪੀਏ, ਗੁਰਦੁਆਰੇ ਵੀ ਆ ਕੇ ਜਪੀਏ ਤੇ ਕਥਾ ਵਿਚਾਰ ਵੀ ਕਰੀਏ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਸੋ ਆ ਕੇ ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਏ। ਕਿ ਕਿਵੇਂ ਰੱਬ ਮਿਲਦਾ, ਐਸੀ ਕਥਾ ਵਿਚਾਰ ਨੂੰ ਕਰੋ ਅਤੇ ਸੁਣੋ। ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਕਥਨ ਕਰਦੇ ਹਨ ਕਿ ਸੰਗ ਸਾਧੂ ਸ੍ਰੇਸ਼ਟ ਮਹਾਤਮਾ ਦੀ ਸੰਗਤ ਵਿੱਚ ਮਿਲ ਕਰਕੇ ਦਿਨ ਸਰੈਣ ਚਿਤਾਰੀਐ, ਇਹ ਨਾ ਵੇਖੋ ਕਿ ਦਿਨ ਚੜ੍ਹ ਗਿਆ ਫਿਰ ਕੀ ਹੋਇਆ, ਰਾਤ ਆਪਾਂ ਲੇਟ ਸੁੱਤੇ ਸੀਗੇ ਤੇ ਜੇ ਦਿਨ ਚੜ੍ਹ ਗਿਆ ਤੇ ਮਹਾਰਾਜ ਇਹ ਥੋੜ੍ਹਾ ਕਹਿੰਦਾ ਵੀ ਹੁਣ ਨਿਤਨੇਮ ਨਹੀਂ ਕਰਨਾ। ਆਪਦਾ ਨਿਤਨੇਮ ਤੁਸੀਂ ਨਹਾਓ ਧੋਵੋ, ਦਿਨ ਚੜ੍ਹੇ ਵੀ ਕਰ ਸਕਦੇ ਹੋ। ਉੱਠਣਾ ਤਾਂ ਅੰਮ੍ਰਿਤ ਵੇਲੇ ਚਾਹੀਦਾ, ਤੇ ਪਰ ਜੇ ਅੰਮ੍ਰਿਤ ਵੇਲਾ ਖੁੰਝ ਗਿਆ ਹੈ ਤੇ ਕਾਰੋਬਾਰ ਦੇ ਵਿੱਚ ਬੰਦਾ ਕਈ ਵਾਰ ਥੱਕ ਜਾਂਦਾ। ਇਹ ਨਹੀਂ ਵੀ ਦਿਨ ਚੜ੍ਹ ਗਿਆ ਤੇ ਸੂਰਜ ਕਹਿੰਦਾ ਨਾਮ ਹੀ ਨਾ ਜਪੋ ਜਾਂ ਨਿਤਨੇਮ ਨਾ ਕਰੋ, ਨਿਤਨੇਮ ਤਾਂ ਪੂਰਾ ਕਰਨਾ ਹੀ ਹੈ। ਤੇ ਜੇ ਹੁਣ ਕਹੀਏ ਕਿ ਰਾਤ ਪੈ ਗਈ ਹੈ ਹੁਣ ਸੌਂ ਜਾਓ, ਜ਼ਰੂਰੀ ਥੋੜ੍ਹਾ ਵੀ ਰਾਤ ਸੌਣ ਲਈ ਹੁੰਦੀ ਹੈ। ਪਿੰਨੀ ਰੈਣੜੀ ਹੈ ਚਾ ਮੱਖਣ ਤਾਰੇ, ਜਾਗੈ ਸੰਤ ਜਨ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੈ ਅਨ ਦਿਨੋ। ਰਾਤ ਨੂੰ ਵਧੀਆ ਮੌਸਮ ਹੁੰਦਾ, ਆ ਗਰਮੀਆਂ ਦੇ ਦਿਨਾਂ ਵਿੱਚ ਰਾਤ ਨੂੰ ਸਗੋਂ ਸ਼ਾਂਤੀ ਹੁੰਦੀ ਹੈ, ਮੌਸਮ ਵੀ ਠੰਡਾ ਹੁੰਦਾ ਅਤੇ ਚੁੱਪ ਚਾਪ ਵੀ ਹੁੰਦੀ ਹੈ। ਇਸ ਲਈ ਰਾਤ ਨੂੰ ਸਗੋਂ ਜ਼ਿਆਦਾ ਆਨੰਦ। ਇਹ ਨਾ ਵੇਖੋ ਦਿਨ ਚੜ੍ਹ ਗਿਆ, ਇਹ ਨਾ ਵੇਖੋ ਰਾਤ ਪੈ ਗਈ। ਜਦੋਂ ਤੁਹਾਡਾ ਚਿੱਤ ਚਾਹੁੰਦਾ ਹੈ, ਜਦੋਂ ਮਨ ਖੁਸ਼ ਹੋਇਆ, ਸਰੀਰ ਰਿਲੈਕਸ ਹੈ, ਦਿਨੇ ਕੀ ਰਾਤ ਕੀ ਜਾਂ ਦਿਨ ਪੁਰ ਰਾਤ ਇਕੱਲੀ ਨੱਪੀ ਰੱਖੋ, ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਉਸ ਪਰਮੇਸ਼ਰ ਨੂੰ ਹਮੇਸ਼ਾ ਹੀ ਯਾਦ ਕਰੀਏ। ਚਰਨ ਕਮਲ ਆਧਾਰ ਜਨ ਕਾ ਆਸਰਾ,
ਪਾਤਸ਼ਾਹ ਫਰਮਾਉਂਦੇ ਨੇ, ਮਹਾਰਾਜ ਕਹਿੰਦੇ ਨੇ ਕਿ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਰਾਤ ਸੁੱਤੇ ਪਿਆਂ ਗੁਜ਼ਾਰਤੀ, ਦਿਨ ਖਾਂਦਿਆਂ ਪੀਂਦਿਆਂ। ਤੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਵਰਗਾ ਜਨਮ ਕੌਡੀਆਂ ਦੇ ਭਾਅ ਚਲਾ ਗਿਆ। ਜਿਵੇਂ ਵਿਆਹਾਂ ਸ਼ਾਦੀਆਂ 'ਚ ਨੱਚਣ ਗਾਉਣ ਹੁੰਦਾ, ਵਿਆਹ 'ਚ ਕੀ ਹੁੰਦਾ, ਉਹ ਲਾਵਾਂ ਦੇ ਤਾਂ 4 ਕੀ ਬੰਦੇ ਜਾਂਦੇ ਨੇ ਜਿਨ੍ਹਾਂ ਤੋਂ ਬਗੈਰ ਸਰਦਾ ਨਹੀਂ। ਪਿਓ ਨੇ ਪੱਲਾ ਫੜਾਉਣਾ ਹੁੰਦਾ, ਉਹ ਤਾਂ ਜਾਂਦਾ, ਅਤੇ ਮਾਂ ਨੇ ਵੀ ਖੜ੍ਹਨਾ ਹੁੰਦਾ ਅਰਦਾਸ 'ਚ, ਅਤੇ ਭਰਾਵਾਂ ਨੇ ਕੁੜੀ ਨੂੰ ਫੜ ਕੇ ਤੋਰਨਾ ਹੁੰਦਾ। ਬਸ ਇੰਨੇ ਕੀ 4 ਕੀ ਬੰਦੇ ਹੁੰਦੇ ਨੇ। ਬਾਕੀ ਤਾਂ ਮੇਰੇ ਵਰਗੇ ਨੱਚਦੇ ਨੇ, ਗਾਉਂਦੇ ਨੇ, ਖਾਂਦੇ ਨੇ, ਪੀਂਦੇ ਨੇ। ਜਿਉਂ ਸਵੇਰ ਤੋਂ ਸ਼ਾਮ ਤੱਕ ਕਦੀ ਕੁਝ ਖਾ ਲਿਆ, ਕਦੀ ਕਦੇ ਬਹਿ ਲਿਆ, ਨੱਚ ਲਿਆ, ਗਾ ਲਿਆ, ਇਹੀ ਕੰਮ। ਇਸ ਤਰ੍ਹਾਂ ਹੀ ਜ਼ਿੰਦਗੀ ਟੱਪ ਜਾਂਦੀ ਹੈ। ਮਹਾਰਾਜ ਕਹਿੰਦੇ ਨੇ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਨਾਮ ਨਾ ਜਾਣਿਆ ਰਾਮ ਕਾ ਬੂੜੇ ਫਿਰ ਪਾਛੈ ਪਛਤਾ ਹੀਰ। ਸੋ ਦਿਨ ਰਾਤ ਮਹਾਰਾਜ ਦਾ ਨਾਮ ਜਪਣਾ ਚਾਹੀਦਾ। ਅੱਗੇ ਪਾਤਸ਼ਾਹ ਫਰਮਾਉਂਦੇ ਨੇ, ਚਰਨ ਕਮਲ ਆਧਾਰ ਜੋ ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ ਦਾ ਆਸਰਾ ਹੈ। ਜਨ ਕਾ ਆਸਰਾ ਇਹੀ ਗੁਰਮੁਖ ਜਨਾਂ ਦਾ ਮਨ ਕਰਕੇ ਆਸਰਾ, ਬਾਣੀ ਕਰਕੇ ਆਸਰਾ, ਸਰੀਰ ਕਰਕੇ ਆਸਰਾ ਹੈ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੂੰ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਮੈਂ ਪਾਸੇ ਪਾਠ ਕਰਦਾ, ਸ਼ੁਰੂ ਤੋਂ ਇਹੀ ਪੱਕਿਆ। ਪੁਰਾਤਨ ਸਰੂਪਾਂ ਦੇ ਵਿੱਚ ਇਸ ਤਰ੍ਹਾਂ ਪੜ੍ਹਦੇ ਆਏ ਹਾਂ। ਸੋ ਇਹ ਮਹਾਰਾਜ ਚਰਨ ਕਮਲ ਕੇ ਮਹਾਤਮ ਅਗਾਧ ਬੋਧ। ਭਾਈ ਗੁਰਦਾਸ ਜੀ ਲਿਖਦੇ ਨੇ, ਅਤ ਅਚਰਜ ਮੈਂ ਨਮੋ ਨਮੋ ਨਮ ਹੈ। ਸਤਿਗੁਰਾਂ ਦੇ ਚਰਨ ਕਮਲਾਂ ਦੇ ਮਹਾਤਮ ਪ੍ਰਤਾਪ ਦਾ ਜਿਹੜਾ ਬੋਧ ਗਿਆਨ ਸਮਝਣਾ ਅਗਾਧ ਅਥਾਹ ਸਰੂਪ ਹੈ, ਉਹਦੀ ਥਾਂ ਨਹੀਂ ਪਾਈ ਜਾ ਸਕਦੀ। ਜੇਕਰ ਧਿਆਨ ਦੇ ਵਿੱਚ ਮਗਨ ਹੋ ਕੇ ਦੇਖੀਏ ਤਾਂ ਅਤਿਅੰਤ ਅਚਰਜ ਅਲੌਕਿਕ ਸਰੂਪ, ਆਪੇ ਦੀ ਸੁਧ ਭੁਲਾ ਦੇਣ ਵਾਲੇ ਉਹ ਮਹਾਰਾਜ ਦੇ ਚਰਨ। ਅਤੇ 3 ਵਾਰ ਪ੍ਰਤੱਗਿਆ ਕਰਕੇ ਕਹਿੰਦੇ ਨੇ, ਨਮੋ ਨਮੋ ਨਾਮ ਹੈ। ਮਨ ਬਾਣੀ ਸਰੀਰ ਕਰਕੇ ਨਿਮਰਤਾ ਜਾਣ ਕੇ ਨਮਸਕਾਰ ਕਥਨ ਕਰਦੇ ਹਨ ਕਿ ਉਹਨਾਂ ਤਾਈਂ ਨਮਸਕਾਰ ਹੋਵੇ, ਨਮਸਕਾਰ ਹੋਵੇ, ਨਮਸਕਾਰ ਹੋਵੇ ਮਹਾਰਾਜ ਦੇ ਚਰਨਾਂ ਦੇ ਤਾਈਂ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੀ ਅਨੁਮਾਨ। ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਰਾਮ ਦੇ ਚਰਨ ਲੱਗਣ ਤੋਂ ਪੱਥਰ ਬਣੀ ਜਿਹੜੀ ਅਹਲਿਆ ਸੀ ਗੌਤਮ ਦੇ ਘਰ ਵਾਲੀ, ਵੇਖੋ ਇੰਦਰ ਦੀ ਸੰਗਤ ਤੋਂ ਜਿਹੜਾ ਉਹਨੂੰ ਪਾਪ ਚੜ੍ਹਿਆ ਸੀ ਝਟਪਟ ਹੀ ਉਤਰ ਗਿਆ। ਇਸ ਤਰ੍ਹਾਂ ਨੇ ਭਗਵਾਨ ਦੇ ਚਰਨ। ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਵੇਖੋ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ। ਜਿੱਥੇ ਵੀ ਪੈਰ ਰੱਖਿਆ, ਗੁਰਦੁਆਰਾ ਨਾਨਕ ਝੀਰਾ ਖੜਾ ਮਾਰ ਕੇ ਝਰਨਾ ਪ੍ਰਗਟ ਕਰ ਦਿੱਤਾ। ਅਜੇ ਤੱਕ ਅੰਮ੍ਰਿਤ ਰੂਪ 'ਚ ਚਾਲੂ ਹੈ। ਪੰਜਾ ਸਾਹਿਬ ਪੰਜਾ ਲਾਇਆ, ਉੱਥੇ ਅਜੇ ਤੱਕ ਜਲ ਦਾ ਪ੍ਰਵਾਹ ਜਾਰੀ ਹੈ। ਜਿੱਥੇ ਜਿੱਥੇ ਚਰਨ ਪਾਏ ਪੂਜਨੀਕ ਅਸਥਾਨ ਬਣ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਘੋੜੇ 'ਤੇ ਚੜ੍ਹਿਆ, ਵੇਖੋ ਭੱਠੇ 'ਤੇ ਚਰਨ ਪਾਏ, ਅਤੇ ਘੋੜੇ ਦੇ ਚਰਨ ਪੈਣ ਤੋਂ ਉਹ ਭੱਠਾ ਹੀ ਠੰਡਾ ਹੋ ਗਿਆ। ਉੱਥੇ ਗੁਰਦੁਆਰਾ ਭੱਠਾ ਸਾਹਿਬ ਬਣਿਆ ਹੋਇਆ। ਇੰਨੇ ਮਹਾਰਾਜ ਦੇ ਚਰਨ ਸ਼ਾਂਤੀ ਵਾਲੇ ਹਨ। ਕੋਮਲ ਕੋਮਲਤਾ ਉਹ ਸੀਤਲ ਸੀਤਲਤਾ, ਕਹਿ ਬਾਸਨਾ ਸੁਬਾਸ ਤਾਸ ਦੁਤੀਆ ਨਾ ਸਮ ਹੈ। ਸ੍ਰਿਸ਼ਟੀ ਭਰ ਦੀ ਕੋਮਲਤਾ ਤਾਂ ਉਹ ਕੋਮਲ ਹਨ, ਅਰ ਸੀਤਲਤਾ ਸਮੂਹ ਤੋਂ ਸੀਤਲ ਹਨ। ਅਤੇ ਵਾਸਨਾ ਗੰਧ ਤੱਤ ਤਾਂ ਸੁਗੰਧੀ ਲਈ ਉਹਨਾਂ ਕੋਲੋਂ ਉਹਨਾਂ ਨੇ ਲਈ ਹੈ। ਤੋ ਇਸ ਵਾਸਤੇ ਮਹਾਰਾਜ ਦੇ ਚਰਨਾਂ ਬਰਾਬਰ ਕੋਈ ਦੂਜਾ ਹੋਰ ਕੋਮਲ ਸੀਤਲ ਸੁਗੰਧੀਵਾਨ ਅਚਰਜ ਰੂਪ ਨਹੀਂ ਹੈ। ਸਹਿਜ ਸਮਾਧ ਨੇ ਜੀ ਆਸਨ ਸਿੰਘਾਸਨ, ਸਵਾਦ ਬਿਸਮਾਦ ਰਸ ਗਮਤ ਅਗਮ ਹੈ। ਜਿਨ੍ਹਾਂ ਪ੍ਰੇਮੀਆਂ ਨੇ ਨਿਜ ਆਸਨ ਆਪਣੀ ਸਥਿਤੀ ਦਾ, ਆਪਣੇ ਭਾਗ ਦਾ ਸਥਾਨ, ਮਨੁੱਖ ਜਨਮ ਦੀ ਪ੍ਰਤੱਗਿਆ ਦੀ ਠੌਰ ਰੂਪ ਸਿੰਘਾਸਨ, ਉਹਨਾਂ ਚਰਨ ਕਮਲਾਂ ਨੂੰ ਬਣਾ ਲਿਆ। ਉਹ ਸਹਿਜ ਸਮਾਧ ਸਹਿਜ ਪਾਦ ਮੋਖ ਪਦ ਵਿਖੇ ਉੱਨਤ ਹੋ ਜਾਂਦੇ ਨੇ।
ਤੇ ਜੀਵਨ ਮੁਕਤ ਬਣ ਜਾਂਦੇ। ਉਹਨਾਂ ਦੇ ਬਿਸਮਾਦ ਆਪੇ ਦੀ ਸੁਧ ਭੁਲਾਣ ਹਰੇ ਰਸ ਅਨੁਭਵ ਦਾ ਸਵਾਦ ਗਮਤਾ ਜਾਣਕਾਰੀ ਤੋਂ ਅਗੰਮ ਦੂਰ ਪਹੁੰਚਣੇ ਤੋਂ ਪਰੇ ਹੈ। ਐਸੀ ਅਵਸਥਾ ਉਹਨਾਂ ਨੂੰ ਮਹਾਰਾਜ ਦੇ ਚਰਨਾਂ ਤੋਂ ਮਿਲੀ ਹੈ। ਰੂਪ ਕੇ ਅਨੂਪ ਰੂਪ ਮਨ ਮਨਸਾ ਬਖਤ ਅਕਤ ਕਥਾ ਵਿਨੋਦ ਬਿਸਮ ਹੈ। ਰੂਪ ਵੱਲੋਂ ਵੀ ਉਹਨਾਂ ਦਾ ਰੂਪ ਅਨੂਪ ਹੈ। ਭਾਵ ਸ੍ਰਿਸ਼ਟੀ ਭਰ ਦੀ ਸਾਰੀ ਸੁੰਦਰਤਾ ਵੀ ਜੇ ਆਣ ਇਕੱਠੀ ਹੋਏ ਤਾਂ ਉਹਦੀ ਵੀ ਉਪਮਾ ਉਹਨਾਂ ਨੂੰ ਨਹੀਂ ਦਿੱਤੀ ਜਾ ਸਕਦੀ। ਮਨ ਮਨਸਾ ਥਕਤ ਮਨ ਤੱਕ ਉਸ ਨੂੰ ਮੰਨਣ ਆਪਣੀ ਕਲਪਨਾ ਦੇ ਵਿੱਚ ਲਿਆਉਣੋਂ ਥਕਤ ਹੋ ਜਾਂਦਾ। ਅਤੇ ਕਥਾ ਕਹਿਣਾ ਕੁਛ ਉਹਨਾਂ ਬਾਬਤਾਂ ਬਾਣੀ ਲਈ ਮੂਲੋਂ ਹੀ ਇਕੱਠ ਨਹੀਂ ਵਰਣਨ ਕੀਤਾ ਜਾ ਸਕਣ ਯੋਗ ਹੈ। ਕੀ ਆਖੀਏ। ਅਤੇ ਉਹਨਾਂ ਦੇ ਧਿਆਨ ਦੇ ਵਿੱਚ ਮਗਨ ਹੋਣ ਦਾ ਆਨੰਦ ਜੋ ਬਿਸਮ ਹੈ ਬ੍ਰਹਿਮੰਡ ਭਾਰ ਦੀ ਹੈਰਾਨੀ ਨੂੰ ਵੀ ਬਿਸਮ ਹੈ, ਪਰੇਸ਼ਾਨ ਕਰ ਮਿਟਦਾ ਹੈ। ਤੋ ਐਸੇ ਮਹਾਰਾਜ ਦੇ ਵਿਸਮਾਦਾਂ ਵਾਲੇ ਚਰਨ ਨੇ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਡਾਣੀ। ਸੋ ਚਰਨ ਕਮਲ ਆਧਾਰ ਜਨ ਕਾ ਆਸਰਾ। ਇਹੋ ਜਿਹੇ ਚਰਨ ਕਮਲ ਜਨਾਂ ਦਾ ਆਸਰਾ ਨੇ। ਚਰਨ ਕਮਲ ਕੀ ਆਸ ਬਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੇ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਕਇਆ ਰਹਾ। ਹਾਂਜੀ ਪੜੋ ਜੀ। ਚਰਨ ਕਮਲ ਆਧਾਰ ਜਨ ਕਾ ਆਸਰਾ। ਗੁਰਮੁਖ ਜਨਾਂ ਦਾ ਮਨ ਬਾਣੀ ਸਰੀਰ ਕਰਕੇ ਆਸਰਾ ਰੂਪ ਵਾਹਿਗੁਰੂ ਜੀ ਦੇ ਚਰਨ ਕਮਲ ਨਾਮ ਰੂਪੀ ਚਰਨ ਕਮਲ ਬਾਣੀ ਰੂਪੀ ਚਰਨ ਕਮਲ ਹਨ। ਮਾਲ ਮਿਲਖ ਭੰਡਾਰ। ਮਾਲ ਜੋ ਹਾਥੀ ਘੋੜੇ ਗੱਡੀਆਂ ਮੋਟਰਾਂ ਜ਼ਮੀਨ ਜਾਇਦਾਦ ਮਿਲਖ ਜਗੀਰਾਂ ਤੇ ਭੰਡਾਰ ਖਜ਼ਾਨੇ ਆਦਿਕ ਨਾਮ ਅਨੰਤ ਧਰਾ। ਅੰਤ ਤੋਂ ਰਹਿਤ ਬੇਅੰਤ ਪਰਮੇਸ਼ਰ ਦੇ ਨਾਮ ਨੂੰ ਜੋ ਗੁਰਮੁਖ ਜਨਾਂ ਨੇ ਹਿਰਦੇ ਵਿੱਚ ਧਾਰਿਆ ਹੋਇਆ ਇਹੀ ਉਹਨਾਂ ਦਾ ਮਾਲ ਹੈ, ਇਹੀ ਮਿਲਖ ਹੈ, ਇਹੀ ਭੰਡਾਰ ਖਜ਼ਾਨੇ ਨੇ, ਇਹੀ ਜਗੀਰਾਂ ਹਨ। ਰਾਜ ਲੀਲਾ ਤੇਰਾ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ। ਨਾਮ ਨਰਹਾਰ ਨਿਧਾਨ ਜਿਨ ਕੈ। ਨਰ ਹਰ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦਾ ਹੀ ਜਿਨ੍ਹਾਂ ਗੁਰਮੁਖਾਂ ਦੇ ਕੋਲ ਨਿਧਾਨ ਖਜ਼ਾਨਾ ਹੈ। ਰਸ ਭੋਗ ਏਕ ਨਰਾਇਣਾ। ਉਹਨਾਂ ਗੁਰਮੁਖ ਜਨਾਂ ਨੇ ਇੱਕ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਭੋਗਣਾ ਕੀਤਾ, ਮੰਨਣਾ ਕੀਤਾ, ਜਾਂ ਰਸ ਪ੍ਰੇਮ ਦੁਆਰਾ ਇੱਕ ਪਰਮੇਸ਼ਰ ਦੇ ਬ੍ਰਹਮਾਨੰਦ ਨੂੰ ਭੋਗਣਾ ਕੀਤਾ ਹੈ। ਰਸ ਰੂਪ ਰੰਗ ਆਨੰਦ ਬੀਠਲ। ਉਹ ਗੁਰਮੁਖ ਉਸ ਬੇਅੰਤ ਬੀਠਲ ਪਰਮੇਸ਼ਰ ਵਿੱਚ ਜੁੜੇ ਰਹਿੰਦੇ ਹਨ। ਇੱਕ ਭਗਤ ਨੂੰ ਰੱਬ ਜੀ ਦੇ ਦਰਸ਼ਨ ਹੋਏ ਅਤੇ ਇਸੇ ਲਈ ਕਹਿੰਦੇ ਕੇਸ ਨੰਗੇ ਨਹੀਂ ਰੱਖਣੇ ਚਾਹੀਦੇ। ਜਿਸ ਤਰ੍ਹਾਂ ਆਪਾਂ ਗਲ 'ਚ ਪਰਨਾ ਪਾਉਂਦੇ ਹਾਂ, ਜੇ ਕੇਸ ਹਰੇ ਵੀ ਕਰਨੇ ਹੋਣ ਤਾਂ ਦਸਤਾਰ ਨੂੰ ਗਲ 'ਚ ਹੀ ਪਾ ਲਈਏ। ਕੀ ਪਤਾ ਮਹਾਰਾਜ ਜੀ ਉੱਥੇ ਆ ਜਾਏ ਦਰਸ਼ਨ ਦੇਣ ਵਾਸਤੇ, ਫਿਰ ਪੱਗ ਕਿੱਥੋਂ ਲੱਭਾਂਗੇ। ਮੈਂ ਕਈ ਵਾਰੀ ਵੇਖਿਆ ਗੁਰੂ ਸਾਹਿਬ ਦਾ ਪਾਵਨ ਸਰੂਪ ਜਦ ਗਲੀਆਂ ਬਾਜ਼ਾਰਾਂ ਵਿੱਚ ਦੀ ਸਾਡੇ ਘਰਾਂ 'ਚ ਜਾਂਦਾ ਅਤੇ ਸਾਡੀਆਂ ਭੈਣਾਂ ਮਾਈਆਂ ਬੀਬੀਆਂ ਕਈ ਵਾਰ ਸਾਫ ਸਫਾਈ ਕਰਦੀਆਂ ਮਗਰ ਨੂੰ ਭੱਜਦੀਆਂ ਨੇ ਵੀ ਮਹਾਰਾਜ ਆਇਆ, ਬੰਦਾ ਪੁੱਛੇ ਹੱਥ ਜੋੜ ਕੇ ਮੱਥਾ ਟੇਕੋ। ਭੱਜਦੀਆਂ ਕਿਉਂ ਨੇ? ਸਿਰ 'ਤੇ ਚੁੰਨੀ ਨਹੀਂ ਹੁੰਦੀ। ਮਤਲਬ ਅਸੀਂ ਆਪਦੇ ਘਰ 'ਚ ਵੀ ਹਾਂ, ਭਾਵੇਂ ਬੌਕਰ ਬਾਰੀ ਕਰ ਰਹੇ ਹਾਂ, ਸੁਤੇ ਸਿੱਧ ਬੈਠੇ ਹੋਏ ਹਾਂ, ਪਤਾ ਵੀ ਸਾਨੂੰ ਕੋਈ ਵੇਖ ਨਹੀਂ ਰਿਹਾ। ਇਹਨੇ ਵੀ ਕੋਈ ਬੈਲ ਮਾਰੂ ਤਾਂ ਹੀ ਸਿਰ 'ਤੇ ਚੁੰਨੀ ਲਾ ਕੇ ਬੂਹਾ ਖੋਲ੍ਹਣਾ। ਅਤੇ ਭਾਵੇਂ ਸਾਨੂੰ ਕੋਈ ਵੀ ਵੇਖ ਨਹੀਂ ਰਿਹਾ, ਅਸੀਂ ਇਕੱਲੇ ਹਾਂ। ਅਤੇ ਜੇ ਮਹਾਰਾਜ ਪ੍ਰਗਟ ਹੋ ਜਾਏ ਫਿਰ ਆਪਾਂ ਕਿੱਥੋਂ ਚੁੰਨੀ ਲੱਭਣ ਭੱਜੀਏ? ਮਹਾਰਾਜ ਨੂੰ ਮੱਥਾ ਟੇਕੀਏ, ਕੀ ਪਤਾ ਮਹਾਰਾਜ ਉਹਨੇ 'ਚ ਨੂੰ ਤੋਰੀ ਜਾਏ। ਇੰਨਾ ਟਾਈਮ ਥੋੜ੍ਹਾ ਹੁੰਦਾ ਕਿਸੇ ਕੋਲੋਂ। ਅਤੇ ਇਸ ਵਾਸਤੇ ਜਿਹੜੇ ਨਿਹੰਗ ਸਿੰਘ ਨੇ ਉਹ ਕੇਸਕੀ ਨੂੰ ਕਕਾਰ ਹੀ ਮੰਨਦੇ ਨੇ। ਅਖੰਡ ਕੀਰਤਨੀਆਂ ਵੀ
ਕਹਿੰਦੇ ਕੱਕਾ ਕੇਸਕੀ, 5 ਕੱਕੇ ਨੇ ਨਾ। ਕੇਸ ਤਾਂ ਕਹਿੰਦੇ ਰੱਬ ਦੀ ਦਾਤ ਹੈ, ਅਤੇ ਕਕਾਰ ਕੇਸਕੀ ਹੈ। ਉਹ ਕੇਸਕੀ ਨੂੰ ਸਰੀਰ ਤੋਂ ਅਲੱਗ ਨਹੀਂ ਕਰਦੇ। ਅਸੀਂ ਸਿੰਘ ਸੰਪਰਦਾ ਦੇ ਭਾਵੇਂ ਕੇਸਕੀ ਨੂੰ ਕਕਾਰ ਨਹੀਂ ਮੰਨਦੇ, ਪਰ ਮੈਂ ਨਿਹੰਗ ਸਿੰਘਾਂ ਨੂੰ ਮੱਥਾ ਜ਼ਰੂਰ ਟੇਕਦਾ ਵੀ ਉਹ ਸਾਤੋਂ ਵਡਿਆਈ ਵਾਲੇ ਨੇ, ਗੁਣਾਂ ਵਾਲੇ ਨੇ। ਵੀ ਜਦ ਵੀ ਉਹ ਕੇਸ ਵਾਹੁੰਦੇ ਆਪਦੇ ਗੋਡਿਆਂ ਦੇ ਉੱਪਰ, ਚੋਲੇ ਦੇ ਉੱਪਰ ਦਸਤਾਰ ਵਿਛਾ ਲੈਂਦੇ ਨੇ ਵੀ ਕੇਸ ਨੂੰ ਥੱਲੇ ਨਹੀਂ ਡਿੱਗਣ ਦਿੰਦੇ, ਟੁੱਟੇ ਨੂੰ ਵੀ। ਤੋ ਇੰਝ ਸੁਤੇ ਸਿੱਧ ਮਹਾਰਾਜ ਦੇ ਦਰਸ਼ਨ ਹੋਣ, ਆਸ ਹੋਣੀ ਚਾਹੀਦੀ ਹੈ। ਜਿਵੇਂ ਇੱਕ ਭਾਈ ਪੱਲਾ ਸੀਗਾ, ਬਤਾਲੇ ਦਾ ਰਹਿਣ ਵਾਲਾ। ਸਾਡੇ ਮਾਝੇ 'ਚ ਬਾਬੇ ਬਕਾਲੇ ਦੇ ਕੋਲ ਬਤਾਲਾ ਪਿੰਡ ਹੈ, ਬਤਾਲਾ। ਉਹਨੇ ਆਪਦੀ ਮਾਂ ਕੋਲੋਂ 6ਵੇਂ ਪਾਤਸ਼ਾਹ ਦੇ ਗੁਣ ਸੁਣੇ ਅਤੇ ਕਹਿੰਦਾ ਵੀ ਮਹਾਰਾਜ ਦੇ ਦਰਸ਼ਨ ਕਿਵੇਂ ਕਰੀਦੇ ਨੇ। ਮਾਤਾ ਨੇ ਆਖਿਆ ਵੀ ਜਦ ਗੁਰੂ ਸਾਹਿਬ ਜੀ ਦਰਸ਼ਨ ਦਿੰਦੇ ਨੇ, ਉਹਨਾਂ ਨੂੰ ਕੁਝ ਭੇਟਾ ਰੱਖ ਕੇ ਮੱਥਾ ਟੇਕੀਦਾ ਹੈ। ਪੈਸੇ ਤਾਂ ਹੋਣੀ ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਡੀਆਂ ਬੋਝੀਆਂ 'ਚ ਆਏ ਨੇ। ਅਤੇ ਪਹਿਲਾਂ ਤਾਂ ਇਹੀ ਹੁੰਦੀ ਸੀ, ਗੁੜ ਦੀ ਰੋੜੀ ਹੋ ਗਈ, ਪਤਾਸੇ ਹੋ ਗਏ, ਖੰਡ ਹੋ ਗਈ, ਆਟਾ ਹੋ ਗਿਆ ਅਤੇ ਦੁੱਧ ਹੋ ਗਿਆ। ਅੱਜ ਕੱਲ੍ਹ ਵੀ ਪਿੰਡਾਂ 'ਚ ਇਹੀ ਰਿਵਾਜ਼ ਹੈ ਕਿ ਜੋ ਚੀਜ਼ ਮਹਾਰਾਜ ਨੇ ਘਰ 'ਚ ਦਿੱਤੀ ਹੈ ਉਹੀ ਚੁੱਕ ਕੇ ਗੁਰਦੁਆਰੇ ਲੈ ਆਉਣੀ ਅਤੇ ਮਹਾਰਾਜ ਨੂੰ ਮੱਥਾ ਟੇਕਣਾ। ਪੈਸੇ ਪੂਸੇ ਕਿੱਥੇ ਹੁੰਦੇ ਸੀਗੇ, ਅਤੇ ਕਿਤੇ ਸਾਲ 6 ਮਹੀਨਿਆਂ ਬਾਅਦ ਦਰਸ਼ਨ ਹੋਣੇ, ਅਤੇ ਉਹ ਇੱਧਰ ਉੱਧਰ ਹੀ ਲੰਘ ਜਾਂਦੇ ਸੀ ਖਰਚਿਆਂ 'ਚ। ਅਤੇ ਇਸ ਵਾਸਤੇ ਹੁਣ ਤਾਂ ਮਹਾਰਾਜ ਦੀ ਕਿਰਪਾ ਹੀ ਬੜੀ ਹੈ। ਜਿੰਨਾ ਮਰਜ਼ੀ ਆਪਾਂ ਰੌਲਾ ਪਾਈਏ, ਮੁਜ਼ਾਹਰੇ ਕਰੀਏ, ਜੋ ਮਰਜ਼ੀ ਹੈ, ਅਤੇ ਪਰ ਕਿਰਪਾ ਬੜੀ ਹੈ ਰੱਬ ਦੀ। ਸਾਧ ਸੰਗਤ ਜੀਓ, ਜਦ ਮਾਤਾ ਨੇ ਸਿੱਖਿਆ ਦਿੱਤੀ, ਉਹਨੇ ਕੀ ਕੀਤਾ, ਉਸੇ ਵੇਲੇ ਹੀ ਆਪਦੇ ਪੱਲੇ ਨਾਲ ਗੁੜ ਦੀ ਰੋੜੀ ਬੰਨ੍ਹ ਲਈ ਅਤੇ ਮੋਢੇ 'ਤੇ ਪਾ ਲਿਆ ਪਰਨਾ। ਵੀ ਕੀ ਪਤਾ ਪੈਲੀ ਵਿੱਚ ਕੰਮ ਕਰਦਿਆਂ ਕਿਤੇ ਉੱਥੇ ਹੀ ਮਹਾਰਾਜ ਦੇ ਦਰਸ਼ਨ ਹੋ ਗਏ ਅਤੇ ਮੈਂ ਰੋੜੀ ਲੈਣ ਘਰ ਨੂੰ ਭੱਜੂਗਾ, ਜਾਂ ਪ੍ਰਸ਼ਾਦ ਲੈਣ ਕਿਤੇ ਦੁਕਾਨ 'ਤੇ ਲੱਭੂਗਾ। ਕੀ ਪਤਾ ਦੁਕਾਨਦਾਰ ਕੋਲ ਪ੍ਰਸ਼ਾਦ ਮੁੱਕਿਆ ਹੀ ਹੋਵੇ। ਉਹ ਪਿੰਡਾਂ 'ਚੋਂ ਉਹਨਾਂ ਪੀਪਾ ਖੋਲ੍ਹ ਕੇ ਕਹਿਣਾ ਵੀ ਪਤਾਸੇ ਮੁੱਕ ਗਏ ਜੀ, ਫੁੱਲੀਆਂ ਲੈ ਜਾਓ। ਤੋ ਇਸ ਵਾਸਤੇ ਕੜਾਹ ਪ੍ਰਸ਼ਾਦ ਬਣਾਉਣ ਲੱਗਿਆਂ ਵੀ ਦੇਰ ਲੱਗੂਗੀ। ਉਹਦਾ ਨਾਂ ਹੀ ਪੱਲਾ ਪੈ ਗਿਆ। ਜਿਹੜੇ ਸੱਥ 'ਚ ਬੈਠੇ ਬਜ਼ੁਰਗ ਹੁੰਦੇ ਨੇ, ਉਹਨਾਂ ਦਾ ਇਹੀ ਕੰਮ ਹੁੰਦਾ, ਉਹਦੇ ਜਾਂਦੇ ਵੱਲ ਵੇਖਣਾ, ਕਹਿਣਾ ਉਰਾ ਓਏ ਆ ਕੀ ਬੰਨਿਆ, ਗੁੜ ਦੀ ਰੋੜੀ ਕਾਹਦੇ ਲਈ, ਮੈਨੂੰ ਮਹਾਰਾਜ ਦੇ ਦਰਸ਼ਨ ਹੋਣੇ ਨੇ। ਉਹਨਾਂ ਮਖੌਲ ਕਰਨਾ। ਜਿਹੜੇ ਸੱਥ ਵਿੱਚ ਬੈਠੇ ਬੰਦੇ ਵੀ ਇਹ ਦੱਸ ਕਮਲਾ ਹੋ ਗਿਆ ਵੀ ਮਹਾਰਾਜ ਨੇ ਇਹਨੂੰ ਹੀ ਮਿਲਣ ਆਉਣਾ, ਦੱਸੋ ਏਡਾ ਵੱਡਾ ਸ਼ਹਿਨਸ਼ਾਹ ਹੈ। ਅਤੇ ਉਹ ਸੱਚਮੁੱਚ ਹੀ ਜਦ ਉਹ ਵਾਹਿਗੁਰੂ ਵਾਹਿਗੁਰੂ ਕਰੀ ਗਿਆ, 6ਵੇਂ ਪਾਤਸ਼ਾਹ ਦਾ ਧਿਆਨ ਧਰੀ ਗਿਆ, ਅਤੇ ਮਹਾਰਾਜ ਨੇ ਖੇਤਾਂ 'ਚ ਕੰਮ ਕਰਦਿਆਂ ਹੀ ਦਰਸ਼ਨ ਦਿੱਤੇ। ਉਹਦਾ ਧਿਆਨ ਥੱਲੇ ਗੋਡੀ ਗਾਡੀ ਕਰ ਰਿਹਾ ਹੋਊਗਾ ਆਪਦੀ ਪੈਲੀ 'ਚ, ਅਤੇ ਮੁੜਕੀ ਮਹਾਰਾਜ ਨੇ ਘੋੜਾ ਖਿਲਾਰਿਆ। ਆਖਿਆ ਪੱਲਿਆ, ਲੋਕਾਂ ਨੇ ਉਹਦਾ ਨਾਂ ਪੱਲਾ ਹੀ ਪਾ ਤਾ ਸੀਗਾ। ਅਤੇ ਗੁਰਮੁਖਾ ਤਾਂ ਧਿਆਨ ਕਰ। ਕਹਿੰਦੇ ਜੀ ਹਾਂਜੀ ਦੱਸੋ। ਅਤੇ ਮਹਾਰਾਜ ਕਹਿੰਦੇ ਬਤਾਲਾ ਪਿੰਡ ਇਹੀ ਹੈ। ਕਹਿੰਦੇ ਜੀ ਹਾਂ। ਇੱਥੇ ਇੱਕ ਮਾਤਾ ਬੜੀ ਪ੍ਰੇਮੀ ਹੈ, ਅਤੇ ਉਹਦਾ ਘਰ ਕਿੱਥੇ ਹੈ। ਕਹਿੰਦੇ ਜੀ ਮੈਂ ਤਾਂ ਉਹਦਾ ਹੀ ਮੁੰਡਾ ਜੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਨੂੰ ਯਾਦ ਕਰ ਰਿਹਾ ਸੀ। ਸਿੰਘਾਂ ਨੇ ਦੱਸਿਆ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ। ਉਹਨਾਂ ਪਹਿਲਾਂ ਕਦੇ ਵੇਖੇ ਨਹੀਂ ਸਨ। ਉਸੇ ਵਕਤ ਮਹਾਰਾਜ ਦੇ ਪੈਰ ਫੜੇ, ਆਖਿਆ ਚਲੋ ਘਰ ਨੂੰ ਚੱਲੀਏ। ਸੋਚਿਆ ਹੀ ਨਹੀਂ ਵੀ ਘਰ ਆਟਾ ਨਹੀਂ ਹੈ, ਦੁੱਧ ਪਾਣੀ ਨਹੀਂ ਹੈ। ਲੋਕ ਵੇਖਣ ਵਾਲੇ ਉਹ ਸਗੋਂ ਮੁੜਕੋ ਮੁੜਕੀ ਹੋ ਗਏ, ਪਰੇਸ਼ਾਨ ਹੋ ਗਏ ਵੀ ਏਡਾ ਵੱਡਾ ਸ਼ਹਿਨਸ਼ਾਹ ਘੋੜੇ 'ਤੇ ਚੜ੍ਹਿਆ ਆ ਰਿਹਾ, ਅਤੇ ਮਗਰ ਕਿੰਨੀ ਫੌਜ ਹੈ। ਸ੍ਰੀ ਹਰਗੋਬਿੰਦਪੁਰ ਦਾ ਜੰਗ ਜਿੱਤ ਕੇ ਮਹਾਰਾਜ ਕਰਤਾਰਪੁਰ ਨੂੰ ਜਾ ਰਹੇ ਸੀਗੇ, ਅਤੇ ਰਸਤੇ ਦੇ ਵਿੱਚ ਹੀ ਉਹਦੀ ਪੈਲੀ ਸੀ ਪੱਲੇ ਦੀ, ਬਤਾਲੇ ਪਿੰਡ। ਉੱਥੇ ਹੀ ਮਹਾਰਾਜ ਰੁਕ ਗਏ, ਅਤੇ ਉਹ ਗੁਰੂ ਸਾਹਿਬ ਨੂੰ ਘਰ ਲੈ ਆਇਆ। ਅਤੇ ਲੋਕ ਵੇਖ ਕੇ ਮਖੌਲ ਕਰਨ ਵੀ ਇਹਨਾਂ ਦੇ ਘਰ ਨੂੰ ਤਾਂ ਆਪ ਖਾਣ ਨੂੰ ਨਹੀਂ ਹੈ, ਇਹ ਮਹਾਰਾਜ ਦੀ ਸੇਵਾ ਕੀ ਕਰਨਗੇ। ਪਰ ਜਿੱਥੇ ਗੁਰੂ ਸਾਹਿਬ ਆ ਜਾਣ, ਰਾਜਾ ਮਹਾਰਾਜਾ ਆ ਜਾਏ, ਉਹਦੇ ਨਾਲ ਹੀ ਸਾਰੇ ਖਜ਼ਾਨੇ ਹੁੰਦੇ ਨੇ। ਜਿਉਂ 6ਵੇਂ ਪਾਤਸ਼ਾਹ ਨੇ ਚਰਨ ਪਾਏ, ਅਤੇ ਇੱਕ ਕੋਈ ਪ੍ਰੇਮੀ ਆ ਗਿਆ ਲੱਭਦਾ ਲਭਾਉਂਦਾ।
ਉਹਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਹਰਗੋਬਿੰਦਪੁਰ ਤੋਂ ਤੁਰ ਪਏ ਨੇ, ਇੱਧਰ ਦੀ ਲੰਘਣਾ ਹੈ। ਅਤੇ ਉਹ ਅਗਲਵੰਡੀ ਉੱਥੇ ਪਹੁੰਚ ਗਿਆ। ਜਦ ਗੁਰੂ ਸਾਹਿਬ ਨੇ ਆਸਣ ਲਾਇਆ ਅਤੇ ਰੁਪਈਆ ਪਤਾ ਨਹੀਂ 5000 ਹੋਊਗਾ, ਇੰਨਾ ਹੀ ਬਹੁਤ ਸੀ ਉਹਨਾਂ ਦਿਨਾਂ 'ਚ। ਹੋਰ ਜੋ ਦਸਵੰਧ ਭੇਟਾ, ਉਹ ਕਹਿੰਦਾ ਜੀ ਮੈਂ 6 ਮਹੀਨੇ ਜਾਂ ਸਾਲ ਹੋ ਗਿਆ ਜੀ ਆਪਦੇ ਚਰਨਾਂ 'ਚ ਅਰਦਾਸਾਂ ਕਰਦਾ ਰਿਹਾ, ਮੇਰਾ ਕਾਰੋਬਾਰ ਬੜਾ ਚੱਲਿਆ ਅਤੇ ਆਪਦੇ ਚਰਨਾਂ 'ਚ ਮੈਂ ਭੇਟਾ ਲੈ ਕੇ ਆਇਆ ਜੀ। ਨਾਲ ਹੋਰ ਵੀ ਸੰਗਤ ਸੀਗੀ, ਉਹਨਾਂ ਸਭਨਾਂ ਨੇ ਤਿਲ ਫੁੱਲ ਦਿੱਤਾ ਅਤੇ ਇੱਧਰੋਂ ਉੱਧਰੋਂ ਲੋਕਾਂ ਨੇ ਹੋਰ ਵੀ ਸੁਣਿਆ। ਅਤੇ ਜਿੱਥੇ ਮਹਾਰਾਜ ਦਾ ਦੀਵਾਨ ਲੱਗ ਗਿਆ ਉੱਥੇ ਸਾਰਾ ਰਸਤ ਪਾਣੀ। ਮਹਾਰਾਜ ਕਹਿੰਦੇ ਵੀ ਚਲੋ ਲੋਹਾ ਚਾੜੋ ਭਾਈ, ਲੰਗਰ ਤਿਆਰ ਕਰੋ। ਤਿਆਰੀ ਤੋਂ ਉਪਰੰਤ ਆਖਿਆ ਵੀ ਪਿੰਡ ਵਾਲੇ ਪਹਿਲਾਂ ਲਿਆਓ, ਜਿਹੜੇ ਕੋਠੇ 'ਤੇ ਚੜ੍ਹ ਵੇਖ ਰਹੇ ਸੀ ਵੀ ਮਖੌਲ ਕਰਾਂਗੇ। ਮਹਾਰਾਜ ਕਹਿੰਦੇ ਪੰਗਤਾਂ ਲਾ ਲਓ, ਪਹਿਲਾਂ ਇਹਨਾਂ ਨੂੰ ਛਕਾਵਾਂਗੇ, ਆਪਾਂ ਬਾਅਦ 'ਚ ਛਕਾਂਗੇ। ਸਾਰੇ ਪਿੰਡ ਨੂੰ ਮਹਾਰਾਜ ਦੇ ਲੰਗਰ ਵਿੱਚੋਂ ਪ੍ਰਸ਼ਾਦ ਪਾਣੀ ਮਿਲਿਆ ਭਾਈ। ਅਤੇ ਗੁਰੂ ਸਾਹਿਬ ਨੇ ਆਵਾਜ਼ ਮਾਰ ਕੇ ਆਪ ਪ੍ਰਸ਼ਾਦ ਦਿੱਤਾ, ਆਪ ਬਾਅਦ ਵਿੱਚ ਛਕਿਆ। ਤੂੰ ਐਸੀ ਕਿਰਪਾ ਕੀਤੀ, ਇੱਕ ਸੰਤ ਨੂੰ, ਇੱਕ ਭਗਤ ਨੂੰ ਰੱਬ ਜੀ ਦੇ ਦਰਸ਼ਨ ਹੋਏ ਅਤੇ ਉਹਦੇ ਬਿਠਾਉਣ ਲਈ ਕੋਈ ਜਗ੍ਹਾ ਨਹੀਂ ਸੀਗੀ, ਨਾ ਤਾਂ ਉਹਦੇ ਕੋਲ ਕੱਪੜਾ ਸੀ ਕੋਈ ਚੱਜ ਦਾ ਵੀ ਜਿਹੜਾ ਥੱਲੇ ਵਿਛਾ ਦਈਏ, ਨਾ ਕੋਈ ਮੇਜ਼, ਨਾ ਕੁਰਸੀ, ਨਾ ਕੋਈ ਗਲੀਚਾ, ਕੁਛ ਵੀ ਨਹੀਂ ਸੀ। ਬਾਹਰ ਤਪ ਕਰ ਰਿਹਾ ਸੀ, ਪੈਲੀਆਂ ਦੇ ਵਿੱਚ ਹੀ, ਵਾਹਣ ਦੇ ਵਿੱਚ ਵੱਡੀਆਂ ਵੱਡੀਆਂ ਟੀਮਾਂ ਸੀਗੀਆਂ, ਜਾਂ ਕਹਿੰਦੇ ਕੱਚੀ ਇੱਟ ਸੀਗੀ। ਅਤੇ ਮਹਾਰਾਜ ਨੂੰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇਸ਼ਾਰਾ ਕੀਤਾ ਵੀ ਬੈਠੋ ਜੀ। ਇੱਟ ਰੱਖ ਦਿੱਤੀ ਜਾਂ ਢੀਮ ਰੱਖਤੀ ਮਹਾਰਾਜ ਦੇ ਅੱਗੇ। ਉਹ ਢੀਮ 'ਤੇ ਬੈਠਣ ਤੋਂ ਨਾਮ ਪੈ ਗਿਆ ਬੀਠਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਡਾ ਗੁਰ ਮੰਤਰ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਆ ਸੋ ਹੈ ਵਾਹਿਗੁਰੂ। ਅਤੇ ਜਿਹੜੇ ਨਾਮਧਾਰੀਏ ਨੇ ਚਿੱਟੀਆਂ ਪੱਗਾਂ ਵਾਲੇ, ਉਹ ਵਾਹੋ ਵਾਹੂ ਗੁਰ ਮੰਤਰ ਜਪਦੇ ਨੇ। ਜਿਹੜੇ ਨੀਲੇ ਕਮਰ ਕੱਸਿਆਂ ਵਾਲੇ ਨੇ, ਨੀਲੇ ਪਟਕਿਆਂ ਵਾਲੇ ਹੈ, ਉਹ ਵੀ ਨਾਮਧਾਰੀ, ਅਤੇ ਉਹ ਵੀ ਵਾਹੋ ਵਾਹੋ ਜਪਦੇ। ਰਾਧਾ ਸੁਆਮੀਆਂ ਦੇ 5 ਨਾਮ ਨੇ, ਊਅੰਗ ਸੋਹੰਗ ਸਤਨਾਮ, ਓਅੰਕਾਰ ਆਰੰਕਾਰ। ਅਤੇ ਅੱਜ ਇਹਨਾਂ ਦਾ ਭੋਗ ਪੈ ਗਿਆ ਸਰਸੇ ਵਾਲੇ। ਸਤਿਗੁਰ, ਸਤਿਪੁਰਖ ਅਤੇ ਅਕਾਲ ਮੂਰਤ, ਇਹ 3 ਨਾਮ ਇਹਨਾਂ ਦੇ ਨੇ। ਅਤੇ ਨਿਰੰਕਾਰੀਆਂ ਦਾ, ਉਹਨਾਂ ਦਾ ਆਪਣਾ ਨਾਮ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀਓ, ਸੋ ਸਭਨਾਂ ਦੇ ਗੁਰ ਮੰਤਰ ਆਪਦੇ ਵੱਖੋ ਵੱਖਰੇ ਹਨ। ਅਤੇ ਉਹ ਭਗਤ ਨੇ ਜਦ ਮਹਾਰਾਜ ਦੇ ਦਰਸ਼ਨ ਪਾਏ ਅਤੇ ਮਹਾਰਾਜ ਜੀ ਢੀਮ 'ਤੇ ਬੈਠੇ, ਜੱਟ 'ਤੇ ਬੈਠੇ, ਉਦੋਂ ਤੋਂ ਨਾਮ ਪੈ ਗਿਆ ਬੀਠਲ। ਅਤੇ ਭਗਤ ਨਾਮਦੇਵ ਜੀ ਦਾ ਗੁਰ ਮੰਤਰ ਬੀਠਲ ਸੀਗਾ। ਬੀਠਲ ਨਾਮ ਹੈ ਬੈਠਣ ਦਾ। ਈ ਬੈ ਬੀਠਲ, ਊ ਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਕਬੀਰ ਜੀ ਰਾਮ ਰਾਮ ਕਹਿੰਦੇ ਸੀਗੇ। ਇੰਝ ਮੈਂ ਬੀਠਲ ਬਾਰੇ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ ਕਿ ਰਸ ਰੂਪ ਰੰਗ ਅਨੰਤ ਬੀਠਲ, ਜਿਸ ਅੰਤ ਤੋਂ ਰਹਿਤ ਬੀਠਲ ਪਰਮਾਤਮਾ ਨੇ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਲਈ ਰਸ ਪ੍ਰੇਮ ਤੇ ਨਾਮ ਦਾ ਰੰਗ ਬਖਸ਼ਿਆ ਹੈ। ਉਸ ਵਾਹਿਗੁਰੂ ਨੂੰ ਆਉਂਦੇ ਜਾਂਦੇ ਹਰੇਕ ਸਵਾਸ ਦੇ ਨਾਲ ਵਾਹਿਗੁਰੂ 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 ਨਾਮ ਧਿਆਉਣਾ ਕਰੋ ਭਾਈ। ਜਿਸ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਰਸ ਕਸ ਆਕਾਰ ਵੱਖੋ ਵੱਖਰੇ ਰੰਗ ਦਿੱਤੇ, ਸਵਾਸ ਸਵਾਸ ਉਸੇ ਪਰਮੇਸ਼ਰ ਨੂੰ ਧਿਆਉਣਾ ਕਰੀਏ। ਨਾਮ ਪੁਨਹ ਚਰਣਾ, ਸਾਰੇ ਪਾਪਾਂ ਨੂੰ ਮੇਟਣ ਵਾਲਾ ਪਰਮੇਸ਼ਰ ਦਾ ਨਾਮ ਹੀ ਪ੍ਰਾਸ਼ਚਿਤ ਕਰਮ ਹੈ, ਜਾਂ ਪਾਪਾਂ ਨੂੰ ਮੇਟਣ ਵਾਲਾ ਪੁਨਹ ਚਰਨਾ, ਪੁੰਨਾਂ ਦੇ ਵਿੱਚ ਵਿਚਰਨਾ ਕਰਾਉਂਦਾ ਅਤੇ ਨਾਮ ਜਮ ਕੀ ਤਰਾਸ ਹਰਾ, ਪਰਮੇਸ਼ਰ ਦਾ ਨਾਮ ਹੀ ਜਮਾਂ ਦੀ ਖੌਫਤਾਈ ਨੂੰ ਮੇਟਣ ਵਾਲਾ ਹੈ। ਬਿਨਵੰਤ ਨਾਨਕ ਰਾਸ ਜਨ ਕੀ,
ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਗੁਰਮੁਖਾਂ ਦੀ ਇਹ ਭਗਤ ਜਨਾਂ ਦੀ ਸ਼ਰਧਾ ਰੂਪੀ ਪੂੰਜੀ ਇਹੀ ਹੈ। ਚਰਨ ਕਮਲ ਹੈ ਆਸਰਾ, ਜੋ ਪਰਮੇਸ਼ਰ ਦੇ ਚਰਨ ਕਮਲਾਂ ਦਾ ਆਸਰਾ ਟੇਕ ਓਟ ਗ੍ਰਹਿਣ ਕੀਤੀ ਹੈ। ਹਰੀ ਦਾ ਨਾਮ ਇਹ ਭਗਤ ਜਨਾਂ ਦੀ ਰਾਸ ਪੂੰਜੀ ਹੈ ਅਤੇ ਹਰੀ ਦੇ ਚਰਨ ਕਮਲਾਂ ਦਾ ਹੀ ਉਹਨਾਂ ਨੂੰ ਆਸਰਾ ਹੈ। ਲੋਕਾਂ ਨੂੰ ਤਾਂ ਪੈਲੀ ਦਾ ਠੇਕਾ ਆਉਂਦਾ, ਕਈਆਂ ਨੂੰ ਫੈਕਟਰੀ ਤੋਂ ਆਮਦਨ ਆਉਂਦੀ ਹੈ, ਜਾਂ ਕਈਆਂ ਦੀ ਪੈਨਸ਼ਨ ਲੱਗੀ ਹੋਈ ਹੈ, ਜਾਂ ਕਈਆਂ ਨੂੰ ਸਰਕਾਰੀ ਜੋਬ ਤੋਂ ਤਨਖਾਹ ਆਉਂਦੀ ਹੈ, ਅਤੇ ਸਭ ਆਪੋ ਆਪਣੇ ਕਾਰੋਬਾਰ ਕਰਦੇ ਨੇ। ਅਤੇ ਸਾਨੂੰ ਤਾਂ ਕਮਲੇ ਨਿਹੰਗਾਂ ਨੂੰ ਮਹਾਰਾਜ ਦੇ ਲੰਗਰ ਦਾ ਹੀ ਪ੍ਰਤੱਖ ਸਾਰੇ ਹੀ ਵੇਖਦੇ ਨੇ। ਸਾਨੂੰ ਤਾਂ ਆਸਰਾ ਹੀ, ਜੇ ਕਹੀਏ ਵੀ ਇਹ ਝੂਠ ਹੈ ਅਤੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋੜ ਨਾ ਆਵੇ ਅਗਣਤ ਭਰੇ ਭੰਡਾਰ। ਮਤਲਬ ਗੁਰਦੁਆਰੇ ਦੇ ਬੰਦਿਆਂ ਨੂੰ ਤਾਂ ਗੁਰਦੁਆਰੇ ਦਾ ਹੀ ਆਸਰਾ ਹੈ। ਤੋ ਪ੍ਰਤੱਖ ਮਹਾਰਾਜ ਸਾਰਿਆਂ ਦੇ ਵੇਖਦੇ ਆ, ਸਭ ਕੁਝ ਦੇ ਰਿਹਾ ਹੈ, ਸਭ ਕੁਝ ਇੱਥੋਂ ਹੀ ਮਿਲ ਰਿਹਾ। ਅਤੇ ਮਹਾਂਪੁਰਖਾਂ ਨੂੰ ਕਿਸੇ ਪ੍ਰੇਮੀ ਨੇ ਪੁੱਛਿਆ ਵੀ ਬਾਬਾ ਜੀ, ਉਹਨਾਂ ਕੋਲ ਗੰਨਾਂ ਗੁੰਨਾਂ ਬੜੀਆਂ ਸਨ, ਅੱਜ ਕੱਲ੍ਹ 50-60 ਹਜ਼ਾਰ ਦਾ ਰੇਟ ਤਾਂ ਹੋਊਗਾ ਹੀ, ਬਾਕੀ ਮੈਨੂੰ ਕੋਈ ਪਤਾ ਨਹੀਂ। ਅਤੇ ਪਤਾ ਨਹੀਂ ਉਹਨਾਂ ਦਿਨਾਂ 'ਚ 50-60 ਸੀਗਾ, ਅੱਜ ਕੱਲ੍ਹ 5-6 ਲੱਖ ਹੈ। ਅਤੇ ਇਹਦੇ ਤੋਂ ਮਹਿੰਗੇ ਮਹਿੰਗੇ ਹਥਿਆਰ ਸੀਗੇ, ਬੜਾ ਕੁਛ ਸੀਗਾ। ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਕਿਸੇ ਨੇ ਪੁੱਛਿਆ, ਤਰਕ ਕੀਤੀ ਵੀ ਤੁਹਾਨੂੰ ਪੈਸਾ ਕਿੱਥੋਂ ਆਉਂਦਾ ਹੈ? ਅਤੇ ਬਾਬਾ ਜੀ ਕਹਿਣ ਲੱਗੇ ਵੀ ਆਹ ਸਾਧ ਸੰਗਤ ਹੀ। ਕਹਿੰਦੇ ਕੋਈ ਬੈਂਕ ਅਕਾਊਂਟ? ਕਹਿੰਦੇ ਅਕਾਊਂਟ ਕਾਊਂਟ ਤਾਂ ਕੋਈ ਨਹੀਂ, ਇਹੀ ਸਾਧ ਸੰਗਤ ਹੀ ਹੈ। ਮੈਂ ਆਪਦੀਆਂ ਅੱਖਾਂ ਨਾਲ ਵੇਖਿਆ, ਮੁਕਤਸਰ ਸਾਹਿਬ ਭੋਗ ਪਾਇਆ ਉਹਨਾਂ ਨੇ 10-15 ਦਿਨਾਂ ਬਾਅਦ, ਸ਼ਾਇਦ ਪੱਕਾ ਯਾਦ ਨਹੀਂ। ਟੁੱਟੀ ਗੰਢੀ ਸਾਹਿਬ ਕਥਾ ਦਾ ਸਮਾਗਮ ਚੱਲਦਾ ਸੀਗਾ, ਅਤੇ ਬਾਬਾ ਜੀ ਨੇ ਇੱਕੋ ਵਾਰ ਬਚਨ ਕੀਤਾ, ਕਹਿੰਦੇ ਕੱਲ੍ਹ ਨੂੰ ਕਥਾ ਦਾ ਭੋਗ ਪੈਣਾ, ਨਾਲੇ ਅੰਮ੍ਰਿਤ ਸੰਚਾਰ ਵੀ ਹੋਣਾ, ਕਕਾਰ ਵੀ ਫ੍ਰੀ ਦਿੱਤੇ ਜਾਣੇ ਨੇ, ਅਤੇ ਪੀਪੀਆਂ ਦੇ ਪੀਪੇ ਅੰਮ੍ਰਿਤ ਸੰਚਾਰ ਵਕਤ ਦੇਗ ਬਣਦੇ, ਕਿਉਂਕਿ ਮਹਾਂਪੁਰਖ ਜਦ ਪ੍ਰਚਾਰ ਕਰਦੇ ਬਹੁ ਗਿਣਤੀ ਸੰਗਤਾਂ ਅੰਮ੍ਰਿਤ ਛਕਦੀਆਂ, ਅਤੇ ਸੰਗਤਾਂ ਨੇ ਭੋਗ 'ਤੇ ਵੀ ਆਉਣਾ ਵੀ ਸੰਗਤ ਜੀ ਉਹ ਦੇਸੀ ਘਿਓ ਦੇ ਪੀਪੇ ਚਾਹੀਦੇ ਨੇ, ਅਤੇ ਜਿਹੜਾ ਕੋਈ ਪੀਪਾ ਲਿਆ ਸਕਦਾ ਪੀਪਾ ਦੇਵੇ, ਜੇ ਮਾਇਆ ਦੇ ਸਕਦਾ ਅਤੇ ਚਾਦਰ ਵਿਛਾ ਤੀ। ਅਤੇ ਉਹ ਪੰਡ ਭਰ ਗਈ ਪੂਰੀ, ਕਿਸੇ ਚੀਜ਼ ਦਾ ਘਾਟਾ ਨਾ ਰਿਹਾ। ਇਉਂ ਸਾਡਾ ਬੈਂਕ ਅਕਾਊਂਟ, ਪੈਲੀ ਦਾ ਠੇਕਾ ਅਤੇ ਫੈਕਟਰੀ ਦੀ ਆਮਦਨ ਅਤੇ ਤਨਖਾਹ, ਇਹ ਗੁਰੂ ਕੀ ਸਾਧ ਸੰਗਤ ਹੀ ਹੈ, ਮਹਾਰਾਜ ਦੇ ਚਰਨ ਕਮਲਾਂ ਦਾ ਹੀ ਆਸਰਾ ਹੈ। ਸੋ ਪਾਤਸ਼ਾਹ ਜੀ ਦਾ ਬਚਨ ਹੈ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਅਤੇ ਤਰਨ ਤਾਰਨ ਹਰ ਨਿਧ ਦੁਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੈ, ਇਹ ਯਤਨ ਘਾਟ ਕਲਕਾਲ। ਮਹਾਰਾਜ ਦੇ ਚਰਨ ਕਮਲਾਂ ਦਾ ਹੀ ਸਾਨੂੰ ਆਸਰਾ ਹੈ। ਗੁਣ ਬੇਅੰਤ ਸੁਆਮੀ ਤੇਰੇ, ਹੇ ਮੇਰੇ ਮਾਲਕ ਜੀ, ਤੇਰੇ ਬੇਅੰਤ ਗੁਣ ਹਨ, ਕੋਈ ਨਾ ਜਾਣਾਈ, ਇਸ ਕਰਕੇ ਕੋਈ ਵੀ ਜਾਣ ਨਹੀਂ ਸਕਦਾ। ਚਲਤ ਦਿਆਲ, ਹੇ ਦਿਆਲੂ ਪਰਮੇਸ਼ਰ ਜੀ, ਤੇਰੇ ਕੌਤਕਾਂ ਨੂੰ ਵੇਖ ਵੇਖ ਕੇ ਭਗਤ ਬਖਾਨਾਈ, ਅਤੇ ਸਰਵਣ ਕਰਕੇ ਭਗਤ ਜਨ ਗੁਰਾਂ ਦੁਆਰਾ ਤੇਰੇ ਜਸ ਨੂੰ ਕਥਨ ਕਰਦੇ ਹਨ। ਜਨ ਸਭ ਤੁਝ ਧਿਆਵਨ, ਸਾਰੇ ਸੂਖਮ ਸਥੂਲ ਜੀਆ ਜੰਤ ਤੈਨੂੰ ਧਿਆਉਂਦੇ, ਤੈਨੂੰ ਅਰਾਧਦੇ ਨੇ। ਪੁਰਖ ਪਤ ਪਰਮੇਸ਼ਰਾ, ਜੋ ਸਾਰੇ ਪੁਰਖਾਂ ਦੇ ਪਤੀ ਪਰਮੇਸ਼ਰ ਜੀ ਤੁਹਾਨੂੰ ਹੀ ਅਰਾਧਦੇ ਨੇ। ਸਰਬ ਜਾਚ ਕੇ ਇਕ ਦਾਤਾ, ਤੂੰ ਮਹਾਰਾਜ ਇੱਕੋ ਹੀ ਦਾਤਾ ਹੈ, ਬਾਕੀ ਸਭ ਤੇਰੇ ਦਰ ਦੇ ਭਿਖਾਰੀ ਨੇ। ਇੱਕ ਦਾਤਾ ਸਭ ਜਗਤ ਭਿਖਾਰੀ ਆ, ਹਰ ਜਾਚੈ ਮੰਗ ਹਰ ਮੰਗ ਮੰਗਣਾ, ਸਭ ਜਾਚੈ ਹਰ ਮੰਗ ਮੰਗਣਾ। ਤੋ ਇਸ ਲਈ ਜਾਚਕ ਜਨ ਜਾਚੈ ਪ੍ਰਭੂ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਮਹਾਰਾਜ ਤੂੰ ਹੀ ਇੱਕ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਰੁਣਾਮੈ ਜਗਦੀਸ਼ਰਾ, ਇਹ ਕਿਰਪਾਲੂ ਸਰੂਪ ਪਰਮੇਸ਼ਰ ਜੀ, ਮੇਰਾ ਵੀ ਤੂੰ ਹੀ ਇੱਕ ਦਾਤਾ ਹੈ,
ਮੈਂ ਤੇਰੇ ਦਰ ਦਾ ਭਿਖਾਰੀ ਮੰਗਤਾ ਹਾਂ। ਸਾਧੂ ਸੰਤ ਸੋ ਜਾਨ ਸੋਈ। ਉਹੀ ਸਾਧੂ ਹੈ, ਉਹੀ ਸੰਤ ਹੈ, ਉਹੀ ਸਿਆਣਾ ਪੁਰਖ ਹੈ। ਜਿਸ ਪ੍ਰਭ ਜੀ ਮਾਨਾਈ। ਹੇ ਪਰਮੇਸ਼ਰ ਜੀ, ਜਿਸ ਗੁਰਮੁਖ ਦੀ ਤੂੰ ਬੇਨਤੀ ਮੰਨ ਲੈਂਦਾ ਹੈ, ਆਪਣੇ ਆਪ ਕੋਈ ਕੁਝ ਨਹੀਂ ਹੈ, ਸ਼ਰਧਾ ਭਗਤੀ ਰੂਪ ਕਮਾਈ ਮੰਨ ਲੈਂਦਾ, ਉਹੀ ਗੁਰਮੁਖ ਜਨ ਤੇਰੀ ਪ੍ਰਾਪਤੀ ਵਾਸਤੇ ਸਾਧਨ ਕਰਨ ਵਾਲਾ ਸ੍ਰੇਸ਼ਟ ਸਾਧੂ ਹੈ। ਸਾਸ ਗਰਾਸ ਨਾਮ ਜਪਣ ਵਾਲਾ ਸੰਤ ਪੁਰਖ ਤੇ ਗਿਆਨਵਾਨ ਹੈ। ਜਿਸ ਪ੍ਰਭ ਜੀ ਮਾਨਾਈ। ਜਿਸ ਦੀ ਗੱਲ ਪ੍ਰਭੂ ਜੀ ਤੂੰ ਮੰਨ ਲੈਂਦਾ ਹੈ। ਬਿਨਵੰਤ ਨਾਨਕ ਕਰੋ ਕਿਰਪਾ। ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ, ਹੇ ਰੱਬ ਜੀ, ਜਿਸ ਪੁਰਖ ਤੇ ਤੂੰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਸੋਏ ਤੁਝੈ ਪਛਾਨਾਈ। ਉਹੀ ਤੈਨੂੰ ਸੱਚ ਸਰੂਪ ਕਰਕੇ ਪਹਿਚਾਣਦਾ ਹੈ। ਮੋਹਿ ਨਿਰਗੁਣ ਅਨਾਥ। ਮੈਂ ਤਾਂ ਗੁਣਾ ਤੋਂ ਹੀਣਾ ਤੇ ਯਤੀਮ ਸਰਣੀ ਹਾਂ। ਆਇਆ। ਹੇ ਵਾਹਿਗੁਰੂ, ਮੈਂ ਤੇਰੀ ਓਟ, ਤੇਰੇ ਸਤ ਸੰਦੋਖ ਆਦਿ ਗੁਣਾਂ ਦੀ ਸ਼ਰਨ ਵਿੱਚ ਆਇਆ ਹਾਂ। ਬਲ 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 ਗੁਰਦੇਵ। ਹੇ ਪਰਮੇਸ਼ਰ ਗੁਰੂਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਮੈਂ ਮਨ ਕਰਕੇ ਵੀ ਬਲਿਹਾਰ, ਬਾਣੀ ਕਰਕੇ ਵੀ ਬਲਿਹਾਰ, ਸਰੀਰ ਕਰਕੇ ਵੀ ਬਲਿਹਾਰ ਜਾਂਦਾ। ਜਿਨ ਨਾਮ ਦ੍ਰਿੜਾਇਆ। ਜਿਨ੍ਹਾਂ ਸਤਿਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਤੇਰਾ ਨਾਮ ਅੰਮ੍ਰਿਤ ਪ੍ਰਪੱਕ ਕਰਵਾਇਆ ਹੈ। ਗੁਰ ਨਾਮ ਦੀਆ ਕੁਸਲ ਥੀਆ। ਜਦ ਗੁਰਾਂ ਨੇ ਸੰਸਾਰ ਤੋਂ ਤਰਨ ਵਾਸਤੇ ਨਾਮ ਅੰਮ੍ਰਿਤ ਬਖਸ਼ ਦਿੱਤਾ, ਤਦ ਤੋਂ ਸੁਖ ਆਨੰਦ ਪ੍ਰਾਪਤ ਹੋਇਆ ਹੈ। ਸਰਬ ਇੱਛਾ ਪੁੰਨੀਆ। ਤੇ ਸਾਡੀਆਂ ਸਾਰੀਆਂ ਇੱਛਾਵਾਂ ਕਾਮਨਾਵਾਂ ਵੀ ਪੂਰੀਆਂ ਹੋ ਗਈਆਂ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧਿਨਾ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਦੋਂ ਦਾ ਗੁਰਾਂ ਨੇ ਨਾਮ ਬਖਸ਼ਿਆ, ਉਦੋਂ ਦਾ ਸੁੱਖ ਆਨੰਦ ਵੀ ਬਣਿਆ ਹੋਇਆ, ਸਾਰੀਆਂ ਇੱਛਾਵਾਂ ਕਾਮਨਾਵਾਂ ਵੀ ਪੂਰੀਆਂ ਹੋ ਗਈਆਂ ਨੇ। ਜਲ ਨੇ ਬੁਝਾਈ ਸ਼ਾਂਤ ਆਈ। ਤ੍ਰਿਸ਼ਨਾ ਦੀ, ਈਰਖਾ ਦੀ ਜਲਨ, ਵਿਛੋੜੇ ਦੀ ਸੜਨਤਾ, ਇਹ ਮਹਾਰਾਜ ਨੇ ਬੁਝਾ ਦਿੱਤੀ ਹੈ। ਤੇ ਤੇਰੀ ਪ੍ਰਾਪਤੀ ਕਰਕੇ ਹੇ ਵਾਹਿਗੁਰੂ, ਸਾਡੇ ਮਨ ਦੇ ਵਿੱਚ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ। ਮਿਲੇ ਚਿਰੀ ਵਸ਼ੁੰਨਿਆ। ਤੇ ਲੰਬੇ ਚਿਰੰਕਾਲ ਦੇ ਵਿਛੜੇ ਹੋਏ ਹੁਣ ਤੇਰੇ ਨਾਲ ਅਸੀਂ ਮਿਲ ਗਏ ਹਾਂ। ਜੈਸਾ ਸਤਿਗੁਰ ਸੁਣੀਂਦਾ, ਤੈਸੋ ਹੀ ਮੈਂ ਢੀਠ। ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ, ਕਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਧੁਰੇ ਪਿਆ ਸੰਜੋਗ। ਕਿਉਂਕਿ ਸਤਿਗੁਰੂ ਕਲਗੀਧਰ ਮਹਾਰਾਜ ਨੇ ਖੰਡੇ ਬਾਟੀ ਦਾ ਅੰਮ੍ਰਿਤ ਛਕਾਇਆ ਹੀ ਵਿਛੜਿਆਂ ਨੂੰ ਮਿਲਣ ਵਾਸਤੇ ਹੈ। ਜਿਵੇਂ ਮੂਲੇ ਖੱਤਰੀ ਉਸ ਨੂੰ ਪਹਿਲੇ ਸਰੂਪ ਤੋਂ ਵਿਛੜੇ ਨੂੰ ਕਲਗੀਧਰ ਮਹਾਰਾਜ ਨੇ ਗੁਰਦੁਆਰਾ ਸ਼ਿਕਾਰ ਘਾਟ ਵਿਖੇ ਇੱਕ ਤੀਰ ਬਖਸ਼ ਕੇ ਮੇਲ ਲਿਆ, ਯਾਨੀ ਮੁਕਤ ਕਰ ਦਿੱਤਾ ਸੀ। ਇਉਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਪਤਾ ਨਹੀਂ ਕਿੰਨਿਆਂ ਜਨਮਾਂ ਦੇ ਅਸੀਂ ਜੂਨਾ ਭੋਗਦੇ ਤੇਰੇ ਨਾਲੋਂ ਵਿਛੜੇ ਹੋਏ ਹਾਂ। ਹੁਣ ਆਪ ਨੇ ਕਿਰਪਾ ਕਰਕੇ ਸਾਨੂੰ ਬਾਣੀ ਦੇ ਰਾਹੀਂ, ਆਪ ਦੀ ਸੰਗਤ 'ਚ, ਸੰਗਤ ਦੇ ਰਾਹੀਂ ਆਪ ਦੇ ਸਰੂਪ 'ਚ ਮਿਲਿਆ ਹੈ। ਹੇ ਵਾਹਿਗੁਰੂ ਜੀ, ਆਨੰਦ ਹਰਖ ਸਹਿਜ ਸੱਚ। ਹੇ ਪਰਮੇਸ਼ਰ, ਤਦ ਤੇਰੇ ਸੱਚੇ ਆਨੰਦ ਸਰੂਪ ਨੂੰ ਪਾ ਕੇ ਸੁਤੇ ਸਿੱਧ ਹੀ ਆਨੰਦ ਪ੍ਰਸੰਨਤਾ ਹੋ ਗਈ। ਮਹਾ ਮੰਗਲ ਗੁਣ ਗਾਇਆ। ਹੇ ਵੱਡੇ ਆਨੰਦ ਸਰੂਪ ਪਰਮੇਸ਼ਰ, ਜਦ ਤੋਂ ਅਸਾਂ ਨੇ ਤੇਰੇ ਗੁਣਾਂ ਨੂੰ ਗਾਉਣਾ ਕੀਤਾ,
ਉਦੋਂ ਦਾ ਆਨੰਦ ਹੀ ਆਨੰਦ, ਖੁਸ਼ੀਆਂ ਹੀ ਖੁਸ਼ੀਆਂ, ਕਿਉਂਕਿ ਗੁਣ ਗਾਵਤ ਹੋਵਤ ਪ੍ਰਗਾਸ। ਮਹਾਰਾਜ ਦੇ ਗੁਣ ਗਾਉਂਦੇ ਆ, ਗਿਆਨ ਦਾ ਚਾਨਣ ਹੁੰਦਾ। ਪਾਤਸ਼ਾਹ ਦਾ ਬਚਨ ਹੈ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸੋ ਮਹਾਰਾਜ ਨੇ ਆਖਿਆ, ਆਨੰਦ ਸੁਨੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਸੋ ਜਦੋਂ ਦੇ ਆਨੰਦ ਸਰੂਪ ਪਰਮੇਸ਼ਰ ਹੀ ਵਾਹਿਗੁਰੂ ਤੇਰੇ ਗੁਣਾਂ ਨੂੰ ਗਾਉਣਾ ਸ਼ੁਰੂ ਕੀਤਾ, ਕਥਾ ਕੀਰਤਨ ਵਿੱਚ ਜੁੜੇ ਹਾਂ, ਉਦੋਂ ਦਾ ਆਨੰਦ ਹੀ ਆਨੰਦ ਔਰ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਬੇਨਵੰਤ ਨਾਨਕ ਨਾਮ ਪ੍ਰਭ ਕਾ, ਬੇਨਤੀ ਪੂਰਵਕ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ, ਮੈਂ ਜਾਣਨੇ ਆਪ ਜੀ ਦਾ ਨਾਮ ਅੰਮ੍ਰਿਤ, ਗੁਰ ਪੂਰੇ ਤੇ ਪਾਇਆ, ਪੂਰੀਆਂ ਗੁਰਾਂ ਤੋਂ ਪਾਉਣਾ ਕੀਤਾ ਹੈ, ਆਪ ਦੀ ਕਿਰਪਾ ਹੋਈ ਹੈ। ਇੱਥੇ ਸ਼ਬਦ ਸੰਪੂਰਨ ਹੋਇਆ ਹੈ ਜੀ, ਭੁੱਲ ਚੋਂ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਆਨੰਦ ਹਰਖ ਸਹਿਜ ਸੱਚ, ਮਹਾ ਮੰਗਲ ਗੁਣ ਗਾਇਆ, ਬੇਨਵੰਤ ਨਾਨਕ ਨਾਮ ਪ੍ਰਭ ਕਾ, ਗੁਰ ਪੂਰੇ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।